पुरस्कार ਤੁਹਾਨੂੰ ਮਿਲਿਆ ਹੈ, ਕਿਹੜੀ-ਕਿਹੜੀ ਕੈਟੇਗਰੀਆਂ ਕਰਕੇ ਮਿਲਿਆ? ਇੱਕੋ ਹੀ ਕੈਟੇਗਰੀ ਕਰਕੇ ਜਾਂ ਤੁਹਾਡੀ ਵੱਖਰੀਆਂ-ਵੱਖਰੀਆਂ ਹੈਗੀਆਂ ਨੇ? ਪਲੀਜ਼। ਇਸ ਲੈਵਲ ਦਾ ਅਵਾਰਡ ਮਿਲਦਾ ਤਾਂ ਤੁਹਾਨੂੰ ਥੋੜ੍ਹਾ ਜਿਹਾ ਸਮਾਂ ਦਿੱਤਾ ਜਾਂਦਾ ਕਿੰਗ ਦੇ ਨਾਲ, ਉਹਨਾਂ ਨਾਲ ਗੱਲਬਾਤ ਕਰਨ ਦਾ। ਉਹ ਸਮਾਂ ਬਹੁਤ ਲਿਮਿਟਿਡ ਹੁੰਦਾ, ਤਕਰੀਬਨ ਮਿੰਟ, 1.5 ਮਿੰਟ ਦਾ ਸਮਾਂ ਹੁੰਦਾ। ਜਦੋਂ ਤੁਸੀਂ ਬ੍ਰਿਟਨ ਦੇ ਮਹਾਰਾਜਾ ਨੂੰ ਪਹਿਲੀ ਵਾਰੀ ਮਿਲੇ, ਉਸ ਸਮੇਂ ਤੁਸੀਂ ਕੀ ਮਹਿਸੂਸ ਕਰ ਰਹੇ ਸੀ ਜਿਸ ਸਮੇਂ ਤੁਹਾਨੂੰ ਇਹ ਪੁਰਸਕਾਰ ਦਿੱਤਾ ਜਾ ਰਿਹਾ ਸੀਗਾ? ਉਹ ਕਿਹੋ ਜਿਹਾ ਵਾਤਾਵਰਨ ਸੀ? ਤੁਸੀਂ ਅੰਦਰ ਕੀ ਮਹਿਸੂਸ ਕਰ ਰਹੇ ਸੀਗੇ? ਗੁਰੂ ਦੀ ਬਖਸ਼ਿਸ਼ ਕੀਤੀ ਹੋਈ ਇਹ ਸਿੱਖੀ ਸਰੂਪ ਵਿੱਚ ਆਪਾਂ ਨੂੰ ਕੋਈ ਮਾਣ ਮਿਲਦਾ ਹੈ, ਉਹ ਸਮੂਹ ਸੰਗਤ ਦਾ, ਸਮੂਹ ਕੌਮ ਦਾ ਔਰ ਸਮੂਹ ਪੰਜਾਬੀਅਤ ਦਾ ਮਾਣ ਹੁੰਦਾ ਹੈ। ਇੰਡੀਅਨ ਕਮਿਊਨਿਟੀ ਹੈ ਜਾਂ ਐਥਨਿਕ ਮਾਈਨੋਰਿਟੀਜ਼ ਹਨ, ਉਹ ਸੈਂਟਰਲ ਗਵਰਨਮੈਂਟ ਦੀਆਂ ਜੌਬਸ, ਪਬਲਿਕ ਸੈਕਟਰ ਦੀਆਂ ਜੌਬਸ ਇੰਨੀ ਵੱਡੀ ਗਿਣਤੀ ਵਿੱਚ ਅਪਲਾਈ ਨਹੀਂ ਕਰਦੇ। ਸਾਡੇ ਬੱਚੇ ਉੱਥੇ ਬਹੁਤ ਘੱਟ ਗਿਣਤੀ 'ਚ ਅੱਗੇ ਆਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਪੰਜਾਬੀ ਵਿਰਾਸਤ USA ਚੈਨਲ। ਮੈਂ ਹਾਂ ਚਰਨਜੀਤ ਕੌਰ UK ਤੋਂ। ਜਿਵੇਂ ਤੁਸੀਂ ਜਾਣਦੇ ਹੋ ਮੇਰੇ ਪਿਆਰੇ ਦਰਸ਼ਕੋ, ਤੁਹਾਡੇ ਨਾਲ ਹਮੇਸ਼ਾ ਇੱਕ ਨਵੀਂ ਹਸਤੀ, ਇੱਕ ਨਵੇਂ ਮਹਿਮਾਨ ਦੇ ਨਾਲ ਰੂਬਰੂ ਕਰਦੇ ਹਾਂ, ਜਿਨ੍ਹਾਂ ਨੇ ਇੰਗਲੈਂਡ ਵਿੱਚ ਜਾਂ ਦੁਨੀਆ ਭਰ ਦੇ ਵਿੱਚ ਕੁਛ ਮੱਲਾਂ ਮਾਰੀਆਂ ਹੁੰਦੀਆਂ ਨੇ, ਕੁਛ ਉਪਲਬਧੀਆਂ ਕੀਤੀਆਂ ਹੁੰਦੀਆਂ ਨੇ, ਜਿਨ੍ਹਾਂ ਨੇ ਕੌਮ ਦਾ ਨਾਮ ਰੋਸ਼ਨ ਕੀਤਾ ਹੁੰਦਾ ਹੈ, ਭਾਵੇਂ ਇਸ 'ਚ ਕੋਈ ਵੀ ਕਿਸੇ ਵੀ ਪੱਖ ਵਿੱਚ ਹੋਵੇ। ਖਾਸ ਕਰਕੇ ਤਾਂ ਫਿਰ ਸਾਡੇ ਕੋਲ ਜਿਹੜੇ ਮਹਿਮਾਨ ਆਉਂਦੇ ਨੇ, ਸਾਡੇ ਆਪਣੇ ਹੀ ਕੌਮ ਦੇ ਹੀ ਹੁੰਦੇ, ਹੀਰੋ ਹੀ ਹੁੰਦੇ ਨੇ। ਸੋ ਮੈਂ ਗੱਲ ਕਰਦੀ ਜਾਵਾਂ, ਸਾਡੇ ਕੋਲ ਬ੍ਰਿਟਨ ਦੇ ਵਿੱਚ ਇੱਕ ਗੁਰਸਿੱਖ ਜੋ ਕਿ ਪਿਛਲੇ ਕਾਫੀ ਸਮਿਆਂ ਤੋਂ ਕਾਫੀ ਸੇਵਾਵਾਂ ਵਿੱਚ ਇਹਨਾਂ ਨੇ ਹਿੱਸਾ ਪਾਇਆ ਹੈ, ਤੇ ਇਹਨਾਂ ਨੂੰ ਹਾਲਾਂਕਿ ਹੁਣੇ ਹੀ ਪ੍ਰਿੰਸ ਚਾਰਲਸ III ਵੱਲੋਂ MBE ਦਾ ਪੁਰਸਕਾਰ ਦੇ ਕੇ ਇਹਨਾਂ ਨੂੰ ਨਿਵਾਜਿਆ ਗਿਆ ਹੈ। ਬੜੇ ਮਾਣ ਵਾਲੀ ਗੱਲ ਹੁੰਦੀ ਹੈ ਕਿ ਜਦੋਂ ਇੰਨੇ ਜ਼ਿਆਦਾ ਹੋਰ ਮੁਖੀ ਉੱਥੇ ਹੋਣ ਤੇ ਉਹਨਾਂ 'ਚੋਂ ਇਕੱਲਾ ਸਿੱਖ ਵੀ ਹੋਵੇ, ਤੇ ਉਹ ਜਿਹੜਾ ਸਿੱਖ ਨੂੰ ਮਾਣ ਹਾਸਲ ਹੁੰਦਾ, ਉਹ ਇਕੱਲਾ ਉਸ ਸਮੇਂ ਉਸ ਦਾ ਹੀ ਮਾਣ ਨਹੀਂ ਹੁੰਦਾ, ਬਲਕਿ ਸਮੁੱਚੇ ਹੀ ਜਗਤ, ਸਮੁੱਚੀ ਹੀ ਕੌਮ ਦਾ ਹੀ ਮਾਣ ਹੁੰਦਾ। ਸੋ ਸਾਡੇ ਨਾਲ ਅੱਜ ਦੀ ਇਸ ਖਾਸ ਮੁਲਾਕਾਤ ਦੇ ਵਿੱਚ ਹਾਜ਼ਰ ਹੋਏ ਹਨ ਸਰਦਾਰ ਚਰਨ ਕਮਲ ਸਿੰਘ ਜੀ ਸੇਖੋਂ, ਜਿਨ੍ਹਾਂ ਨੂੰ ਕਿ ਹਾਲਾਂ ਹੀ ਪ੍ਰਿੰਸ ਚਾਰਲਸ ਵਿੰਡਸਰ ਦੇ ਵਿੱਚ ਇਹਨਾਂ ਦਾ ਇੱਕ ਸਮਾਗਮ ਰਚਿਆ ਸੀ, ਤੇ ਉੱਥੋਂ ਇਹਨਾਂ ਨੂੰ MBE ਦਾ ਪੁਰਸਕਾਰ ਮਿਲਿਆ, ਜੋ ਕਿ ਘੱਟ ਹੀ ਲੋਕਾਂ ਨੂੰ ਮਿਲਦੇ, ਜੋ ਉਸ ਉਪਲਬਧੀਆਂ ਪ੍ਰਾਪਤੀਆਂ ਦੇ ਕਰਕੇ ਹੀ ਹੁੰਦਾ। ਆਓ ਆਪਾਂ ਸਭ ਤੋਂ ਪਹਿਲਾਂ ਸਰਦਾਰ ਚਰਨ ਸਿੰਘ ਕੰਵਲ ਜੀ ਨੂੰ ਫਤਿਹ ਬੁਲਾਉਂਦੇ ਹਾਂ, ਤੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਉਹਨਾਂ ਦੀ ਜੀ ਆਇਆਂ ਕਹਿੰਦੇ ਹਾਂ। ਸਰਦਾਰ ਚਰਨ ਕਮਲ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੁਹਾਡਾ ਨਿੱਘਾ ਸਵਾਗਤ ਕੀਤਾ ਜਾਂਦਾ ਹੈ ਪੰਜਾਬੀ ਵਿਰਾਸਤ USA ਚੈਨਲ ਤੇ। ਬਹੁਤ ਬਹੁਤ ਜੀ ਆਇਆਂ ਨੂੰ ਤੁਹਾਨੂੰ। ਥੈਂਕ ਯੂ ਸੋ ਮਚ ਜੀ, ਬਹੁਤ ਬਹੁਤ ਧੰਨਵਾਦ। ਤੇ ਪੰਜਾਬੀ ਵਿਰਾਸਤ ਦੀ ਸਮੁੱਚੀ ਟੀਮ ਵੱਲੋਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਇਸ MBE ਪੁਰਸਕਾਰ ਲੈਣ ਦੀਆਂ। ਬਹੁਤ ਖੁਸ਼ੀ ਹੋਈ ਜਦੋਂ ਪਤਾ ਲੱਗਾ ਕਿ ਤੁਹਾਨੂੰ ਇਹ ਪੁਰਸਕਾਰ ਮਿਲਿਆ। ਤੁਹਾਨੂੰ ਬਹੁਤ ਬਹੁਤ ਵਧਾਈਆਂ ਹੋਣ ਜੀ। ਬਹੁਤ ਬਹੁਤ ਧੰਨਵਾਦ ਜੀ। ਇਹ ਕੋਈ ਵਧਾਈਆਂ ਮੇਰੀ ਪਰਸਨਲ ਨਹੀਂ ਹੈ, ਇਹ ਵਧਾਈਆਂ ਸਮੂਹ ਸਿੱਖ ਸੰਗਤ, ਸਮੂਹ ਪੰਜਾਬੀ ਕਮਿਊਨਿਟੀ, ਸਮੂਹ ਭਾਰਤੀ ਕਮਿਊਨਿਟੀ। ਔਰ ਸਭ ਤੋਂ ਇੰਪੋਰਟੈਂਟ ਚੀਜ਼ ਜੋ ਮੈਂ ਸ਼ੁਰੂ ਵਿੱਚ ਮੈਂਸ਼ਨ ਕਰਨੀ ਚਾਹੁੰਦਾ ਕਿ ਜਦੋਂ ਕੋਈ ਵੀ ਮਾਣ ਸਨਮਾਨ ਮਿਲਦਾ ਹੈ, ਉਹ ਇੰਡੀਵਿਜੂਅਲ ਨਹੀਂ ਹੁੰਦਾ, ਉਹ ਗੁਰੂ ਦੀ ਬਖਸ਼ੀ ਹੋਈ ਦਸਤਾਰ, ਗੁਰੂ ਦੀ ਮੋਹਰ, ਗੁਰੂ ਦੇ ਬਖਸ਼ੇ ਹੋਏ ਕੇਸ। ਸੋ ਬਹੁਤ ਹੀ ਇਹ ਫਖਰ ਮਹਿਸੂਸ ਹੁੰਦਾ ਹੈ ਕਿ ਜਦੋਂ ਗੁਰੂ ਦੀ ਬਖਸ਼ਿਸ਼ ਕੀਤੀ ਹੋਈ ਇਹ ਸਿੱਖੀ ਸਰੂਪ ਵਿੱਚ ਆਪਾਂ ਨੂੰ ਕੋਈ ਮਾਣ ਮਿਲਦਾ ਹੈ, ਉਹ ਸਮੂਹ ਸੰਗਤ ਦਾ, ਸਮੂਹ ਕੌਮ ਦਾ ਔਰ ਸਮੂਹ ਪੰਜਾਬੀਅਤ ਦਾ ਮਾਣ ਹੁੰਦਾ ਹੈ। ਸੋ ਬੜੀ ਵਧੀਆ ਗੱਲ ਹੈ, ਤੇ ਤੁਹਾਡੀ ਜਿਹੜੀ ਸੋਚ ਹੈ ਬੜੀ ਉੱਚੀ ਸੋਚ ਹੈ। ਉੱਚੇ ਹੋ ਕੇ ਤੁਸੀਂ ਸੋਚਦੇ ਹੋ, ਕਿਉਂਕਿ ਅੱਜ ਕੱਲ੍ਹ ਤਾਂ ਜਦੋਂ ਕਿਸੇ ਨੂੰ ਥੋੜ੍ਹਾ ਮਾਣ ਮਿਲਦਾ, ਉਹ ਆਪਣੇ ਤੇ ਹੀ ਕ੍ਰੈਡਿਟ ਲੈਂਦਾ, ਪਰ ਤੁਸੀਂ ਸਾਰਾ ਆਪਣਾ ਕ੍ਰੈਡਿਟ ਆਪਣੇ ਸਤਿਗੁਰੂ ਜੀ ਨੂੰ ਨਿਵਾਜਿਆ। ਸੋ ਅਸੀਂ ਇੱਥੇ ਤੁਹਾਨੂੰ ਜਦੋਂ ਇੱਕ ਗੱਲ ਪੁੱਛਣਾ ਚਾਹਾਂਗੇ, ਜਦੋਂ ਤੁਸੀਂ ਬ੍ਰਿਟਨ ਦੇ ਮਹਾਰਾਜਾ ਨੂੰ ਪਹਿਲੀ ਵਾਰੀ ਮਿਲੇ, ਉਸ ਸਮੇਂ ਤੁਸੀਂ ਕੀ ਮਹਿਸੂਸ ਕਰ ਰਹੇ ਸੀ ਜਿਸ ਸਮੇਂ ਤੁਹਾਨੂੰ ਇਹ ਪੁਰਸਕਾਰ ਦਿੱਤਾ ਜਾ ਰਿਹਾ ਸੀਗਾ? ਉਹ ਕਿਹੋ ਜਿਹਾ ਵਾਤਾਵਰਨ ਸੀ? ਤੁਸੀਂ ਅੰਦਰ ਕੀ ਮਹਿਸੂਸ ਕਰ ਰਹੇ ਸੀਗੇ? ਇੱਕ ਤਾਂ ਇਹ ਸਿਚੁਏਸ਼ਨ ਹੁੰਦੀ ਹੈ ਜੀ, ਜਦੋਂ ਇਸ ਲੈਵਲ ਦਾ ਅਵਾਰਡ ਮਿਲਦਾ ਤਾਂ ਤੁਹਾਨੂੰ ਥੋੜ੍ਹਾ ਜਿਹਾ ਸਮਾਂ ਦਿੱਤਾ ਜਾਂਦਾ ਕਿੰਗ ਦੇ ਨਾਲ, ਉਹਨਾਂ ਨਾਲ ਗੱਲਬਾਤ ਕਰਨ ਦਾ।
ਉਹ ਜੀ। ਸਮਾਂ ਬਹੁਤ ਲਿਮਿਟਿਡ ਹੁੰਦਾ, ਤਕਰੀਬਨ ਮਿੰਟ, 1.5 ਮਿੰਟ ਦਾ ਸਮਾਂ ਹੁੰਦਾ। ਪਰ ਜਦੋਂ ਪੁਰਸਕਾਰ ਪ੍ਰਾਪਤ ਕਰਨ ਤੋਂ ਬਾਅਦ ਉਹਨਾਂ ਨੇ ਗੱਲਬਾਤ ਸ਼ੁਰੂ ਕੀਤੀ, ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਮੇਰੀ ਜਰਨੀ ਬਾਰੇ ਪੁੱਛਿਆ, ਹਾਊ ਵਾਜ਼ ਯੂਰ ਜਰਨੀ? ਉਸ ਤੋਂ ਬਾਅਦ ਕਿਹੜੀ-ਕਿਹੜੀ ਫੀਲਡ ਦੇ ਵਿੱਚ ਮੇਰੀ ਕੰਟਰੀਬਿਊਸ਼ਨ ਹੋਈ ਹੈ, ਇਸ ਬਾਰੇ ਗੱਲਬਾਤ ਹੋਈ। ਹੂੰ। ਔਰ ਮੈਨੂੰ ਬੜੀ ਹੈਰਾਨੀ ਹੋਈ ਜਦੋਂ ਮੈਂ ਘਰ ਆ ਕੇ ਉਹ ਪੂਰੀ ਦੀ ਪੂਰੀ ਵੀਡੀਓ ਕਲਿੱਪ ਪਲੇ ਕੀਤੀ, ਕਿਉਂਕਿ ਇਸ ਕਾਪੀਰਾਈਟ ਰਾਇਲ ਪੈਲੇਸ ਦਾ ਹੈਗਾ, ਉਹ ਮੈਂ ਸ਼ੇਅਰ ਨਹੀਂ ਕਰ ਸਕਦਾ। ਠੀਕ ਤਕਰੀਬਨ ਹੈ। 4.5-5 ਮਿੰਟ ਤੱਕ ਇਹ ਗੱਲਬਾਤ ਚੱਲੀ ਉਹਨਾਂ ਨਾਲ, ਹੂੰ। ਜਿਸ ਵਿੱਚ ਉਹਨਾਂ ਨੇ ਕਿਸ-ਕਿਸ ਖੇਤਰ ਵਿੱਚ ਮੇਰੀ ਕੰਟਰੀਬਿਊਸ਼ਨ ਉਸ ਬਾਰੇ ਪੁੱਛਿਆ, ਔਰ ਜੀ। ਇਹ ਵੀ ਪੁੱਛਿਆ ਕਿ ਇਸ ਵਿੱਚ ਆਊਟਪੁੱਟਸ, ਆਊਟਕਮਸ ਕੀ ਸੀ, ਔਰ ਫਿਊਚਰ ਪਲਾਨ ਕੀ ਹਨ ਤੁਹਾਡੇ। ਨਾਲ ਉਹਨਾਂ ਨੇ ਮੈਂਸ਼ਨ ਕੀਤਾ ਕਿ ਸਿੱਖ ਕਮਿਊਨਿਟੀ ਦਾ, ਭਾਰਤੀ ਕਮਿਊਨਿਟੀ ਦੀ ਕੰਟਰੀਬਿਊਸ਼ਨ ਬਹੁਤ ਵੱਡੀ ਹੈ, ਉਸ ਨੂੰ ਉਹਨਾਂ ਨੇ ਐਕਨੋਲੇਜ ਵੀ ਕੀਤਾ। ਸੋ ਇਹ ਇੱਕ ਬਹੁਤ ਹੀ ਜਿਸ ਨੂੰ ਮੈਂ ਕਹਾਂ ਕਿ ਇੱਕ ਮੈਮੋਰੇਬਲ ਐਕਸਪੀਰੀਅੰਸ ਸੀਗਾ ਕਿ ਉਹਨਾਂ ਨੇ ਇੱਕ ਸਿੱਖ ਆਇਡੈਂਟੀਟੀ ਨੂੰ, ਔਰ ਖਾਸ ਕਰਕੇ ਸਿੱਖ ਕਮਿਊਨਿਟੀ ਦੀ ਜੋ ਕੰਟਰੀਬਿਊਸ਼ਨ ਹੈ, ਉਸ ਨੂੰ ਮੈਂਸ਼ਨ ਕੀਤਾ। ਔਰ ਮੇਰੇ ਜ਼ਿਹਨ ਵਿੱਚ ਹਮੇਸ਼ਾ ਇਹ ਗੱਲ ਹਮੇਸ਼ਾ ਮਤਲਬ ਇੱਕ ਤਰ੍ਹਾਂ ਨਾਲ ਛਾਪ ਛੱਡ ਗਈ ਹੈ, ਜੋ ਹਮੇਸ਼ਾ ਯਾਦ ਰਹੇਗੀ। ਤੁਹਾਨੂੰ ਕੋਈ ਇਹ ਅਹਿਸਾਸ ਸੀਗਾ ਕਿ ਤੁਸੀਂ ਇਸ ਪੁਰਸਕਾਰ ਦੇ ਕਦੀ ਯੋਗਦਾਨ, ਤੁਹਾਨੂੰ ਇਸ ਤਰ੍ਹਾਂ ਦਾ ਕੁਛ ਮਹਿਸੂਸ ਹੋਇਆ ਸੀ, ਜਾਂ ਉਹਨਾਂ ਨੇ ਸਡਨਲੀ ਤੁਹਾਨੂੰ ਇਨਵੀਟੇਸ਼ਨ ਭੇਜ ਦਿੱਤੀ? ਤੁਹਾਡਾ ਨਹੀਂ ਜੀ, ਨਾਮ ਨੋਮੀਨੇਟ ਕੀਤਾ ਉਹਨਾਂ ਨੇ? ਹਾਂ ਨਹੀਂ, ਇਹ ਇੱਕ ਜੋ ਤੁਹਾਡੀ ਇਨਫੋਰਮੇਸ਼ਨ ਲਈ, ਔਰ ਤੁਹਾਡੇ ਜਿਤਨੇ ਵੀ ਸਰੋਤੇ ਨੇ, ਦਰਸ਼ਕ ਨੇ, ਉਹਨਾਂ ਦੀ ਇਨਫੋਰਮੇਸ਼ਨ ਲਈ ਮੈਂ ਦੱਸ ਦਿੰਦਾ, ਜੋ ਇਹ ਪੁਰਸਕਾਰ ਦਿੰਦੇ ਨੇ, ਇਹ ਬੇਸਿਕਲੀ ਯੂਕੇ ਦਾ ਜੋ ਪ੍ਰਾਈਮ ਮਿਨਿਸਟਰ ਆਫਿਸ, ਕੈਬਨਿਟ ਆਫਿਸ ਹੈ, ਉਹਨਾਂ ਵੱਲੋਂ ਇਹ ਓਰੀਜਨਲ ਰੈਫਰੈਂਸ ਜਾਂਦਾ। ਅਲੱਗ-ਅਲੱਗ ਬੰਦਿਆਂ ਦੇ ਨਾਂ ਉਹ ਨੋਮੀਨੇਟ ਕਰਦੇ ਨੇ, ਜਾਂ ਕੋਈ ਆਰਗੇਨਾਈਜੇਸ਼ਨ ਨੋਮੀਨੇਟ ਕਰਦੇ ਆ। ਜੀ। ਤਕਰੀਬਨ ਇਸ ਪ੍ਰੋਸੈਸ ਨੂੰ ਸਾਲ, 1.5 ਸਾਲ ਲੱਗ ਜਾਂਦਾ ਕੰਪਲੀਟ ਕਰਨ ਨੂੰ। ਸੋ ਮੇਰਾ ਜੋ ਉਹਨਾਂ ਨੇ ਅਨਾਊਂਸ ਕੀਤਾ ਸੀ, ਇਹ ਲਾਸਟ ਈਅਰ ਜੋ ਕੁਈਨ ਵੱਲੋਂ ਨਵੇਂ ਸਾਲ ਦੇ ਜੋ ਓਨਰ ਸੀ, ਉਹਦੇ 'ਚ ਮੇਰਾ ਨਾਂ ਅਨਾਊਂਸ ਕੀਤਾ ਸੀ। ਜੀ। ਕੋਵਿਡ ਹੋਣ ਕਰਕੇ ਜੋ ਇਹਦੀ ਜੋ ਈਵੈਂਟ ਸੀਗਾ, ਉਹ ਤਕਰੀਬਨ ਸਾਲ ਬਾਅਦ ਹੋਇਆ। ਉਦੋਂ ਪ੍ਰਿੰਸ ਚਾਰਲਸ ਹੁੰਦੇ ਸੀ, ਹੁਣ ਇਹ ਕਿੰਗ ਚਾਰਲਸ ਬਣ ਗਏ ਨੇ। ਸੋ 1 ਸਾਲ ਪਹਿਲਾਂ ਇਹ ਨਾਂ ਅਨਾਊਂਸ ਹੋਇਆ ਸੀ, ਤੇ ਇਹ 2 ਹਫ਼ਤੇ ਪਹਿਲਾਂ ਹੀ ਇਹ ਜੋ ਈਵੈਂਟ ਹੋਈ ਸੀ ਵਿੰਸਰ ਕਾਸਲ, ਉਹਨਾਂ ਨੇ ਅਵਾਰਡ ਦਿੱਤਾ। ਇਹ ਅਵਾਰਡ ਬੇਸਿਕਲੀ ਕੁਛ ਥਰੂ ਜੋ ਅਲੱਗ-ਅਲੱਗ ਆਰਗੇਨਾਈਜੇਸ਼ਨ ਉਹਨਾਂ ਤੋਂ ਰੈਫਰੈਂਸ ਲੈਂਦੇ ਹਨ। ਸੋ ਕੈਬਨਿਟ ਆਫਿਸ ਬੇਸਿਕਲੀ ਇਹ ਰਿਕਮੈਂਡੇਸ਼ਨ ਭੇਜਦਾ ਹੈ ਰਾਇਲ ਪੈਲੇਸ ਨੂੰ, ਤੇ ਰਾਇਲ ਪੈਲੇਸ ਫਿਰ ਫਾਈਨਲ ਡਿਸਾਈਡ ਕਰਦਾ ਹੈ ਕਿ ਕਿਸ ਨੂੰ ਇਹ ਅਵਾਰਡ ਅਵਾਰਡ ਦਿੱਤਾ ਜਾਵੇ। ਜੀ। ਮਤਲਬ ਪਿੱਛੇ ਪਹਿਲਾਂ ਸਾਰਾ ਰੈਫਰੈਂਸ ਤੇ ਉਹਦੀਆਂ ਸੇਵਾਵਾਂ ਸਭ ਕੁਝ ਦੇਖੀਆਂ ਜਾਂਦੀਆਂ ਨੇ। ਹਾਂ, ਕਿਉਂਕਿ ਇਹ ਇੱਕ ਜਿਸ ਤਰੀਕੇ ਨਾਲ ਕਹਿ ਲਈਏ ਆਪਾਂ, ਨੈਸ਼ਨਲ ਔਨਰ, ਨੈਸ਼ਨਲ ਸਿਵਿਲੀਅਨ ਔਨਰ ਹੈ, ਯੂਕੇ ਦਾ 3rd ਹਾਈਐਸਟ ਜੀ। ਔਨਰ ਹੈ। ਇਸ ਕਰਕੇ ਜੋ ਤੁਹਾਡੀ ਪਿਛਲੀ ਹਿਸਟਰੀ ਹੈ, ਜੋ ਤੁਹਾਡਾ ਮਤਲਬ ਸਾਰਾ ਰਿਕਾਰਡ ਪ੍ਰੋਪਰ ਚੈੱਕ ਹੋਗੇ, ਕਿਉਂਕਿ ਦੇ ਵਾਂਟ ਟੂ ਮੇਕ ਸ਼ੋਰ ਦੈਟ ਕਿਉਂਕਿ ਰਾਇਲ ਪੈਲੇਸ ਨਾਲ ਤੁਹਾਡਾ ਨਾਂ ਜੁੜਨ ਜਾ ਰਿਹਾ ਹੈ, ਤੁਹਾਡੇ ਕੋਲੋਂ ਸ਼ਾਹੀ ਸਨਮਾਨ ਮਿਲ ਰਿਹਾ ਹੈ, ਤਾਂ ਦੇ ਵਾਂਟ ਟੂ ਮੇਕ 100% ਸ਼ੋਰ ਵੀ ਇਹ ਪਰਸਨ ਦੀ ਜੋ ਐਕਚੁਅਲ ਕੰਟਰੀਬਿਊਸ਼ਨ ਹੈ ਉਸ ਕਿਸ ਲੈਵਲ ਦੀ ਹੈ, ਔਰ ਇਸ ਤੋਂ ਬਿਨਾਂ ਕਮਿਊਨਿਟੀ ਸਟੈਂਡਿੰਗ ਕਿਸ ਤਰੀਕੇ ਦੀ ਹੈ, ਔਰ ਵੱਖ-ਵੱਖ ਤਰ੍ਹਾਂ ਦੇ ਰੈਫਰੈਂਸ ਥਰੂ ਐਮਪੀ ਥਰੂ ਮਤਲਬ ਉਹਨਾਂ ਦਾ ਸਿਸਟਮ ਹੈ ਕਾਫੀ ਸਟਰਕਚਰਡ, ਜਿਹਨੂੰ ਉਹ ਫੋਲੋ ਕਰਨ ਤੋਂ ਬਾਅਦ ਇਹ ਡਿਸਾਈਡ ਕਰਦੇ। ਪੁੱਛਣਾ ਚਾਹਾਂਗੀ ਕਿ ਮਤਲਬ ਕਿ ਇਹ ਜਿਹੜਾ ਪੁਰਸਕਾਰ ਤੁਹਾਨੂੰ ਮਿਲਿਆ ਹੈ, ਕਿਹੜੀ-ਕਿਹੜੀ ਕੈਟੇਗਰੀਆਂ ਕਰਕੇ ਮਿਲਿਆ? ਇੱਕੋ ਹੀ ਕੈਟੇਗਰੀ ਕਰਕੇ, ਜਾਂ ਤੁਹਾਡੀਆਂ ਵੱਖਰੀਆਂ-ਵੱਖਰੀਆਂ ਹੈਗੀਆਂ ਨੇ? ਪਲੀਜ਼। ਜੀ, ਆਮ ਤੌਰ से ਜੋ ਕੰਟਰੀਬਿਊਸ਼ਨ ਰਿਕੋਗਨੀਸ਼ਨ ਹੁੰਦੀ ਆ, ਉਹ ਤਕਰੀਬਨ 1 ਫੀਲਡ ਦੀ ਜਾਂ 2 ਫੀਲਡ ਦੀ, ਜਾਂ ਵੱਧ ਤੋਂ ਵੱਧ 10 ਫੀਲਡਸ। ਜੀ। ਸੋ ਮੈਨੂੰ ਇਹ ਬਹੁਤ ਹੀ ਫ਼ਖਰ ਹੋ ਰਿਹਾ, ਮਾਣ ਹੋ ਰਿਹਾ ਤੁਹਾਡੇ ਨਾਲ ਸ਼ੇਅਰ ਕਰਕੇ ਕਿ ਮੇਰੇ 4 ਫੀਲਡਸ ਦੀ ਕੰਟਰੀਬਿਊਸ਼ਨ ਰਿਕੋਗਨਾਈਜ਼ ਹੋਈ ਹੈ। 4 ਫੀਲਡਸ। ਹਾਂ, 4 ਫੀਲਡਸ। ਇਸ ਵਾਰ ਜੋ ਇਹ ਜਿਤਨੀ ਟੋਟਲ ਲਿਸਟ ਇਸ਼ੂ ਹੋਈ ਸੀ, ਉਹਦੇ ਆਈ ਵਾਸ ਦੀ ਓਨਲੀ ਵਨ who was actually listed in the official cabinet office list ਜੀ। that 4 different categories। ਪਹਿਲੀ ਕੈਟੇਗਰੀ ਹੈ ਜੀ ਇਨਵਾਇਰਨਮੈਂਟ, ਵਾਤਾਵਰਣ ਤੇ ਪ੍ਰਦੂਸ਼ਣ। ਵਾਤਾਵਰਨ ਜਿਸਨੂੰ ਕਹਿੰਦੇ ਨੇ। ਮੈਂ ਗਵਰਨਮੈਂਟ ਯੂਕੇ ਗਵਰਨਮੈਂਟ ਦਾ ਅਦਾਰਾ ਹੈ ਇੱਥੇ, ਡੈਫਰਾ, ਡਿਪਾਰਟਮੈਂਟ ਆਫ ਇਨਵਾਇਰਨਮੈਂਟ ਫੂਡ ਐਂਡ ਰੂਰਲ ਅਫੇਅਰਸ, ਉਹਦੇ 'ਚ ਮੈਂ 23 ਸਾਲ ਤੋਂ ਆਪਣੀ ਸੇਵਾਵਾਂ ਨਿਭਾ ਰਿਹਾ ਹਾਂ ਐਜ਼ ਏ ਸੀਨੀਅਰ ਇਨਵਾਇਰਨਮੈਂਟ ਆਫਿਸਰ। ਸੋ ਮੈਂ ਪਹਿਲਾ ਦਸਤਾਰਧਾਰੀ ਸਿੱਖ ਹਾਂ ਕਿ 20 ਸਾਲ ਇਨਵਾਇਰਨਮੈਂਟ ਡਿਪਾਰਟਮੈਂਟ 'ਚ ਮੈਂ ਸਰਵਿਸ ਕੀਤੀ ਹੈ। ਸੋ ਇਨਵਾਇਰਨਮੈਂਟ ਲਈ ਕੰਟਰੀਬਿਊਸ਼ਨ ਲਈ ਦੂਸਰਾ ਜੋ ਫੀਲਡ ਹੈ ਜੀ, ਉਹ ਹੈ ਡਾਇਵਰਸਿਟੀ, ਇਕੁਆਲਿਟੀ ਐਂਡ ਡਾਇਵਰਸਿਟੀ। ਕਿ ਇਹਦਾ ਥੋੜਾ ਖੁੱਲ ਕੇ ਦੱਸੋ ਕਿ ਸਾਰੇ ਧਰਮਾਂ ਨੂੰ ਇਕੱਠਾ ਲੈ ਕੇ? ਹਾਂ, ਇਕੁਆਲਿਟੀ ਡਾਇਵਰਸਿਟੀ ਦੇ ਵਿੱਚ 2 ਪਹਿਲੂ ਸੀ। ਇੱਕ ਪਹਿਲੂ ਸੀ ਕਿ ਸਾਡੀ ਜੋ ਇੰਡੀਅਨ ਕਮਿਊਨਿਟੀ ਹੈ ਜਾਂ ਐਥਨਿਕ ਮਾਈਨੋਰਿਟੀਜ਼ ਹਨ, ਜੀ। ਉਹ ਸੈਂਟਰਲ ਗਵਰਨਮੈਂਟ ਦੀਆਂ ਜੌਬਸ, ਪਬਲਿਕ ਸੈਕਟਰ ਦੀਆਂ ਜੌਬਸ ਇੰਨੀ ਵੱਡੀ ਗਿਣਤੀ ਵਿੱਚ ਅਪਲਾਈ ਨਹੀਂ ਕਰਦੇ। ਸਾਡੇ ਬੱਚੇ ਉੱਥੇ ਬਹੁਤ ਘੱਟ ਗਿਣਤੀ 'ਚ ਅੱਗੇ ਆਉਂਦੇ ਨੇ। ਮੈਜੋਰਿਟੀ ਜੋ ਜੌਬਸ ਹਨ, ਇਹ ਜਿਹਨੂੰ ਆਪਾਂ ਕਹਿ ਲਈਏ ਮੇਨਲੀ ਮੇਲ ਔਰ ਵਾਈਟ,
ਜੀ, ਸੋ ਉਹ ਡੋਮੀਨੇਟ ਕਰਦੇ ਨੇ। ਸੋ ਮੈਨੂੰ ਇੱਕ ਪ੍ਰੋਜੈਕਟ ਮਿਲਿਆ ਸੀ ਕਿ ਇਸ ਖੇਤਰ ਵਿੱਚ ਕੰਮ ਕੀਤਾ ਜਾਵੇ, ਇਸ ਦੀ ਰਿਸਰਚ ਕੀਤੀ ਜਾਵੇ ਕਿ ਕੀ ਕਾਰਨ ਹੈ ਕਿ ਸਾਡੇ ਬੱਚੇ ਸਿੱਖ ਕਮਿਊਨਿਟੀ ਦੇ, ਪੰਜਾਬੀ ਕਮਿਊਨਿਟੀ ਦੇ, ਭਾਰਤੀ ਕਮਿਊਨਿਟੀ ਦੇ, ਏਸ਼ੀਅਨ ਕਮਿਊਨਿਟੀ ਦੇ ਬੱਚੇ ਕਿਉਂ ਨਹੀਂ ਸੈਂਟਰਲ ਗਵਰਨਮੈਂਟ ਦੀਆਂ ਇਹਨਾਂ ਅਦਾਰਿਆਂ ਵਿੱਚ ਅੱਗੇ ਆ ਰਹੇ। ਜੀ, ਤੇ ਉਸ ਤੋਂ ਬਿਨਾਂ ਇਹ ਰਿਸਰਚ ਦਾ ਇੱਕ ਹੋਰ ਹਿੱਸਾ ਸੀ ਕਿ ਜੋ ਅਦਾਰੇ ਜੋ ਸਾਡੇ ਸਰਕਾਰੀ ਅਦਾਰੇ ਨੇ ਸੈਂਟਰਲ ਗਵਰਨਮੈਂਟ ਦੇ, ਜੀ, ਉਹਨਾਂ 'ਚ ਪ੍ਰੋਗਰੈਸ਼ਨ ਬਹੁਤ ਘੱਟ ਹੈ। ਜੋ ਇੱਕ ਵਾਰ ਤੁਸੀਂ ਐਂਟਰ ਕਰ ਜਾਂਦੇ ਹੋ ਤਾਂ ਤੁਹਾਡੀ ਪ੍ਰੋਗਰੈਸ਼ਨ ਲੈਵਲ ਬਹੁਤ ਘੱਟ ਹੈ, ਕਿਉਂਕਿ ਆਈ ਐਮ ਦੀ ਓਨਲੀ ਟਰਮ ਵੇਅਰਿੰਗ ਸਿੱਖ ਆਫਿਸਰ who has served on so many different fields within this sector. ਸੋ ਇਹ ਜੀ, ਮੈਂ ਤਕਰੀਬਨ 4 ਸਾਲ ਇਹਦੇ ਤੇ ਕੰਮ ਕੀਤਾ, ਔਰ ਜੋ ਸਾਡੀ ਐਪਲੀਕੇਸ਼ਨ ਰੇਟ ਸੀ ਫਰੋਮ non-white community which was less than 1% ਤੋਂ 1.5% ਤੋਂ ਘੱਟ ਰੇਟ ਸੀਗਾ ਐਪਲੀਕੇਸ਼ਨ ਦਾ, ਔਰ ਮੇਰੇ ਪ੍ਰੋਜੈਕਟ ਤੋਂ ਬਾਅਦ ਇਹ ਰੇਟ ਹੋ ਗਿਆ ਜੀ 10%। ਸੋ ਇਟ ਵਾਜ਼ ਅ ਹਿਊਜ ਸਕਸੈਸ। ਸੋ ਉਹਦੇ ਲਈ ਵੀ ਮੈਨੂੰ ਆਪਣੇ ਸੈਂਟਰਲ ਗਵਰਨਮੈਂਟ ਦੇ ਡਿਪਾਰਟਮੈਂਟ ਵੱਲੋਂ 2 ਪੁਰਸਕਾਰ ਦਿੱਤੇ ਗਏ ਇਸ ਕੰਮ ਲਈ। ਸੋ ਇਹ ਮੇਰਾ ਦੂਸਰਾ ਖੇਤਰ ਸੀ। ਇਨਵਾਇਰਨਮੈਂਟ ਤੋਂ ਬਾਅਦ ਡਾਇਵਰਸਿਟੀ, ਇਕੁਆਲਿਟੀ। ਤੇ ਤੀਸਰਾ ਖੇਤਰ ਹੈ ਜੀ ਚੈਰਿਟੀ ਵਰਕ, ਸੋਸ਼ਲ ਵਰਕ, ਚੈਰਿਟੀ ਵਰਕ। ਜੀ। ਮੈਂ ਪਿਛਲੇ 25 ਸਾਲ ਤੋਂ ਇਸ ਚੈਰਿਟੀ ਵਰਕ ਵਿੱਚ ਜੁੜਿਆ ਹੋਇਆ, ਕਿਉਂਕਿ ਇਹ ਕੋਈ ਸਾਡੇ ਲਈ जी, आप ਕੋਈ ਇਹ बोलिए। ਹਾਂਜੀ, ਇਹ ਕਿਉਂਕਿ ਚੈਰਿਟੀਜ਼ ਦਾ ਗੁਰੂ ਮਹਾਰਾਜ ਦਾ ਹੁਕਮ ਹੈ ਕਿ ਸੇਵਾ ਕਰਨੀ ਸਾਰਿਆਂ ਦੀ, ਇਹ ਹਰ ਇੱਕ ਦਾ ਫਰਜ਼ ਹੈ। ਇਹ ਕੋਈ ਯੂਨੀਕ ਚੀਜ਼ ਨਹੀਂ ਕਿ ਤੁਸੀਂ ਚੈਰਿਟੀ ਵਰਕ ਕਰ ਰਹੇ ਹੋ, ਇਹ ਤਾਂ ਸਾਡੀ ਲਾਈਫ ਦਾ ਹਿੱਸਾ ਹੀ ਹਰ ਇੱਕ ਦਾ ਹੋਣਾ ਚਾਹੀਦਾ। उनका वरदान नहीं है कि चैरिटी करनी है, ਹਾਂ, कीर्ति ਹਾਂ। जो वो दसवंध करनी है। ਬਿਲਕੁਲ ਜੀ, ਬਿਲਕੁਲ। ਸੋ ਇਹ 25 ਸਾਲਾਂ ਤੋਂ ਵੱਧ ਮੈਂ ਜੋ ਆਪਣੀ ਕੰਟਰੀਬਿਊਸ਼ਨ ਦੇ ਰਿਹਾ ਜੀ, ਉਸ ਵਿੱਚ ਸਾਡਾ ਇਲਾਕਾ ਬੈਡਫੋਰਡ ਹੈ, ਉੱਥੇ ਉਸ ਕੈਂਪਸਟਨ ਵਿੱਚ ਗੁਰੂ ਘਰ ਸਥਾਪਿਤ ਕਰਨ ਵਿੱਚ ਆਈ ਐਮ ਵਨ ਆਫ ਦਾ ਫਾਊਂਡਰ ਮੈਂਬਰਸ। ਅਸੀਂ ਰਲ ਮਿਲ ਕੇ ਸਾਰਿਆਂ ਨੇ ਸੇਵਾ ਕੀਤੀ ਹੈ। 15 ਸਾਲ ਮੈਂ ਉਸ ਗੁਰੂ ਘਰ ਵਿੱਚ ਐਜ਼ ਅਸਿਸਟੈਂਟ ਸੈਕਟਰੀ ਸੇਵਾ ਨਿਭਾਈ ਹੈ। ਉਸ ਤੋਂ ਬਿਨਾਂ ਰੇਸ ਇਕੁਐਲਿਟੀ ਕਾਉਂਸਲ 'ਚ ਮੇਰੀ ਕੰਟਰੀਬਿਊਸ਼ਨ ਹੈ। ਆਈ ਐਮ ਅ ਲੋਕਲ ਕਾਉਂਸਲਰ ਫॉर द ਲਾਸਟ 20 years, ਆਲ ਵੋਲੰਟਰੀ ਜੌਬਸ, ਅਨਪੇਡ ਜੌਬਸ, ਸਕੂਲ ਗਵਰਨਰ। ਫਿਰ ਇਸ ਤੋਂ ਬਾਅਦ ਮੈਂ ਇੱਕੋ ਇੱਕ ਦਸਤਾਰਧਾਰੀ ਸਿੱਖ ਹੋਇਆ ਜਿਸ ਨੇ ਲੰਡਨ ਮੈਰਾਥਨ ਕੰਪਲੀਟ ਕੀਤੀ। ਪੈਪਵਰਥ ਟਰੱਸਟ, ਇੱਥੇ ਇੱਕ ਕੈਂਬਰਿਜ ਵਿੱਚ ਚੈਰਿਟੀ ਹੈ ਕਾਫੀ ਵੱਡੀ, जी, ਜਿਸ ਦਾ ਨਾਮ ਹੈ ਪੈਪਵਰਥ ਟਰੱਸਟ, ਜੋ ਕਿ ਪੀਪਲ ਵਿਦ ਡਿਸੇਬਿਲਿਟੀਜ਼, ਜਿੰਨੇ ਵੀ ਡਿਸੇਬਲ ਲੋਕ ਨੇ, ਉਹਨਾਂ ਨੂੰ ਟ੍ਰੇਨਿੰਗ ਦਿੰਦੇ ਨੇ, ਸਕਿੱਲ ਦਿੰਦੇ ਨੇ, ਤਾਂ ਕਿ ਉਹ ਆਪਣਾ ਰੋਜ਼ਗਾਰ ਕਮਾ ਸਕਣ। जी, ਸੋ ਉਸ ਚੈਰਿਟੀਜ਼ ਵੀ ਮੈਂ ਤਕਰੀਬਨ 12 ਸਾਲ ਪਹਿਲਾਂ ਉਹਨਾਂ ਲਈ ਸੇਵਾਵਾਂ ਦਿੱਤੀਆਂ। ਫਿਰ ਮੈਕਮਿਲਨ ਕੈਂਸਰ ਰਿਸਰਚ। ਸੋ ਬਹੁਤ ਸਾਰੀਆਂ ਇਹੋ ਜਿਹੀਆਂ ਚੈਰਿਟੀਆਂ ਜਿੱਥੇ ਲਗਾਤਾਰ ਮੈਂ ਸੇਵਾਵਾਂ ਦਿੱਤੀਆਂ। ਸੋ ਦਿਸ ਵਾਜ਼ ਦ ਥਰਡ ਕੈਟਾਗਰੀ, ਚੈਰਿਟੀ ਵਰਕ। ਐਂਡ ਦ ਫਾਈਨਲ ਕੈਟਾਗਰੀ ਇਜ਼ COVID-19 ਸਪੋਰਟ ਵਰਕ। ਸੋ ਉੱਥੇ ਆਪਣੀ ਕਿਹੋ ਜਿਹੀਆਂ ਕੀ ਸਨ, ਕਿਹੜੀਆਂ ਸੇਵਾਵਾਂ ਸਨ ਉੱਥੇ? ਹਾਂ, COVID-19 'ਚ ਅਸੀਂ ਸੰਸਥਾ ਬਣਾਈ ਹੋਈ ਹੈ ਜੀ। ਮੈਂ ਉਸਦਾ ਸੰਸਥਾਪਕ ਫਾਊਂਡਰ ਚੇਅਰਮੈਨ ਵੀ ਹਾਂ, ਸੇਵਾ ਟਰੱਸਟ UK। ਜੀ, ਉਸ ਸੰਸਥਾ ਦੇ ਦੁਆਰਾ ਅਸੀਂ ਇੱਥੋਂ ਦੀ ਕਮਿਊਨਿਟੀ, ਜੋ ਇੱਥੋਂ ਦੀਆਂ ਕਾਫੀ ਵੱਡੀ ਗਿਣਤੀ ਵਿੱਚ 350 ਤੋਂ ਵਧੇਰੇ ਪਰਿਵਾਰ ਸੀ, ਜੀ, ਲੋਕਡਾਊਨ ਦੇ ਦੌਰਾਨ ਉਹਨਾਂ ਨੂੰ ਅਸੀਂ ਭੋਜਨ ਸਮੱਗਰੀ, ਉਹਨਾਂ ਦੀਆਂ ਨੀਡਸ, ਮੈਡੀਕਲ ਨੀਡਸ, ਤੇ ਉਹਨਾਂ ਨੂੰ ਸ਼ਾਪਿੰਗ ਵਗੈਰਾ ਦੀ ਜ਼ਰੂਰਤ ਸੀ, ਇਸ ਤਰੀਕੇ ਦੀਆਂ ਸੇਵਾਵਾਂ ਦਿੱਤੀਆਂ ਨੇ। ਤੇ ਜੀ, ਵੱਡੀ ਗਿਣਤੀ ਵਿੱਚ ਪੰਜਾਬ ਤੋਂ ਸਟੂਡੈਂਟ ਇੱਥੇ ਆ ਕੇ ਫਸ ਗਏ ਸੀ, ਵੱਡੀ ਗਿਣਤੀ ਵਿੱਚ ਭਾਰਤ ਤੋਂ ਸਟੂਡੈਂਟ, जी, ਕਿਉਂਕਿ ਸਡਨ ਲੋਕਡਾਊਨ ਹੋ ਗਿਆ सडन हो गया, हाँ जी। ਔਰ ਉਹਨਾਂ ਪਾਸ ਕੋਈ ਪ੍ਰੈਪਰੇਸ਼ਨ ਨਹੀਂ ਸੀ। ਇਸ ਵਾਰ ਫਰੈਸ਼ ਇਨਟੇਕ, ਉਹਨਾਂ ਨੇ ਹਜੇ ਆਪਣੀ ਪੜ੍ਹਾਈ ਸ਼ੁਰੂ ਕੀਤੀ ਸੀ ਔਰ ਇੱਕਦਮ ਉਹ ਲੋਕਡਾਊਨ 'ਚ ਸਟਕ ਹੋ ਗਏ। ਤੋ ਬੱਚਿਆਂ ਦੇ ਪਾਸ ਕੋਈ ਕੁਕਿੰਗ ਫੈਸਿਲਿਟੀ ਨਹੀਂ ਸੀ, ਸ਼ਾਪਿੰਗ ਨਹੀਂ ਸੀ ਕਰ ਸਕਦੇ। ਸੋ ਇਟ ਵਾਜ਼ ਅ ਬਿਗ ਚੈਲੰਜ, ਨਾਟ ਓਨਲੀ ਇਨ UK, ਥਰੂ ਆਊਟ ਵਰਲਡ। हुँ, ਸੋ ਉਹਨਾਂ 'ਚੋਂ ਤਕਰੀਬਨ ਅਸੀਂ 750 ਤੋਂ ਵੱਧ ਬੱਚੇ ਲਗਾਤਾਰ 1 ਸਾਲ ਉਹਨਾਂ ਦੀ ਅਸੀਂ ਲੁੱਕ ਆਫਟਰ ਕੀਤੀ ਆ, जी। ਸਾਡੀ ਸਾਰੀ ਟੀਮ ਨੇ। ਸੋ ਇਹ 4 ਕੈਟਾਗਰੀਜ਼ ਲਈ ਉਹਨਾਂ ਨੇ ਮੈਨੂੰ ਰੈਕੋਗਨਾਈਜ਼ ਕੀਤਾ। ਮਤਲਬ ਬਹੁਤ ਜ਼ਿਆਦਾ ਤੁਹਾਡੀਆਂ ਸੇਵਾਵਾਂ ਨੇ। ਕਈ ਵਾਰੀ ਇੱਥੇ ਕਿਹਾ ਜਾਂਦਾ ਆਮ ਤੌਰ ਤੇ ਕਿ ਤੁਸੀਂ ਹਰ ਇੱਕ ਪੱਖੋਂ ਸੇਵਾ ਕਿਉਂ ਕਰਨੀ ਹੈ, ਵੋਲੰਟਰੀ ਕੀ ਕਰਨੀ ਹੈ, ਤੁਸੀਂ ਉਹ ਕੰਮ ਕਰੋ ਜਿੱਥੇ ਫਲ ਤੇ ਫਲੀਆਂ ਨਾਲ ਹੀ ਹੋਣ। ਪਰ ਸਾਡੇ ਜਿਹੜੇ ਇੱਕ ਧਰਮ ਹੈ, ਕਹਿੰਦਾ ਤੁਸੀਂ ਆਪਣਾ ਕੰਮ ਸੇਵਾ ਕਰੀ ਜਾਓ ਤੇ ਫਲ ਦੀ ਇੱਛਾ ਨਾ ਰੱਖੋ। ਵਾਕਈ ਕਿ ਜਿਹੜਾ ਇਨਸਾਨ ਫਲ ਦੀ ਇੱਛਾ ਰੱਖਦੇ, ਥੋੜੇ ਥੋੜੇ ਫਲ ਦੀ ਜਾਂ ਮਾਇਆ ਦੀ, ਫਿਰ ਇੰਨੇ ਵੱਡੇ ਪੁਰਸਕਾਰ ਤੱਕ, ਇੰਨੀ ਵੱਡੀ ਉਪਲਬਧੀ ਤੱਕ ਨਹੀਂ ਪਹੁੰਚਦਾ ਜਿਹੜੀਆਂ ਤੁਸੀਂ ਹਾਸਲ ਕੀਤੀਆਂ ਨੇ। ਕਿਉਂਕਿ ਕਈ ਵਾਰੀ ਲੋਕ, ਅਸੀਂ ਆਮ ਜਨਤਾ ਬੜੀ ਕਾਹਲੀ ਜੀ ਹੋ ਜਾਂਦੇ ਆ ਕਿ ਨਹੀਂ ਜੀ ਸਾਰੀ ਉਮਰ ਅਸੀਂ ਵੋਲੰਟਰੀ ਕਿਉਂ ਕਰੀਏ। ਪਰ ਤੁਸੀਂ, ਤੁਹਾਡੀਆਂ ਗੱਲਾਂ ਵਿੱਚੋਂ ਇਹ ਲੱਗਾ ਕਿ ਵੋਲੰਟੀਅਰ ਦੇ ਨਾਲ ਨਾਲ ਸਬਰ ਦਾ ਵੀ ਹੋਣਾ ਬਹੁਤ ਜ਼ਰੂਰੀ ਹੈ। ਜਿਸ ਦੇ ਅੰਦਰ ਸਬਰ ਹੈ ਉਹ ਸ਼ਾਹੀ ਪੁਰਸਕਾਰ ਹਾਸਲ ਕਰ ਸਕਦੇ ਨੇ। ਸੋ ਵਿਊਵਰਸ ਨੂੰ ਦੱਸੇ ਜਾਈਏ ਕਿ ਦੇਖ ਲਓ, ਸਬਰ
ਵੱਡੇ ਪੁਰਾਣੇ ਪੁਰਾਤਨ ਲੋਕ ਕਹਿੰਦੇ ਸਨ ਕਿ ਸਬਰ ਦਾ ਫਲ ਮਿੱਠਾ ਹੁੰਦਾ ਹੈ ਤੇ ਵਾਕਈ ਕਿ ਸਬਰ ਦਾ ਫਲ ਮਿੱਠਾ ਹੁੰਦਾ। 23 ਸਾਲ ਇੱਕ ਇਨਸਾਨ ਵੱਖਰੇ ਵੱਖਰੀਆਂ ਦੇ ਵਿੱਚ ਕੈਟੇਗਰੀਆਂ ਦੇ ਵਿੱਚ ਆਪਣਾ ਯੋਗਦਾਨ ਪਾਉਂਦਾ, ਸੇਵਾਵਾਂ ਕਰਦਾ, ਖੇਤੀਬਾੜੀ, ਇਕੁਆਲਿਟੀ ਦੇ ਵਿੱਚ, ਸਟੂਡੈਂਟ ਨੂੰ ਦੇਖ ਰੇਖ ਕਰਨੀ, ਗੁਰਦੁਆਰਿਆਂ ਵਿੱਚ ਆਪਣਾ ਯੋਗਦਾਨ ਪਾਉਣਾ। ਸੋ ਇਹ ਬਹੁਤ ਵੱਡੀ ਉਪਲਬਧੀਆਂ ਹਨ ਤੇ ਦੇਖੋ ਉਸ ਦਾ ਫਲ ਇਹ ਨਹੀਂ ਕਿ ਗਾਂ ਵਾਲੇ ਸਮੇਂ 'ਚ ਹੋਏਗਾ, ਅੱਜ ਕਰ ਅੱਜ ਹੀ ਪਾ। ਸੋ ਜਿੰਨਾ ਸਬਰ ਆਪਾਂ ਕਰਾਂਗੇ ਓਨਾ ਹੀ ਫਲ ਵੱਡੇ ਤੋਂ ਵੱਡਾ ਸਾਨੂੰ ਮਿਲੇਗਾ। ਸੋ ਤੇ ਇੱਕ ਗੱਲ ਤੁਹਾਨੂੰ ਹੋਰ ਪੁੱਛਣੀ ਸੀਗੀ ਅਸੀਂ ਕਿ ਜਿਸ ਟਾਈਮ ਮੈਨੂੰ ਪਤਾ ਕਿ ਤੁਸੀਂ ਹੁਣ ਵੀਡੀਓ ਵਾਇਰਲ ਨਹੀਂ ਕਰ ਸਕਦੇ ਸੀ, ਕਾਪੀਰਾਈਟ ਹੈਗਾ ਉਹਦੇ ਉੱਪਰ ਆ ਜਾਣਾ। ਜਦੋਂ ਤੁਸੀਂ ਕਿੰਗ ਚਾਰਲਸ ਦੇ ਸਾਹਮਣੇ ਸੀ, ਸ਼ਾਹੀ ਰਾਜ ਦਰਬਾਰ ਦੇ ਵਿੱਚ, ਉਸ ਸਮੇਂ ਤੁਹਾਡੀਆਂ ਫੀਲਿੰਗਾਂ, ਤੁਹਾਡੇ ਮਨ ਦੇ ਵਲਵਲੇ ਕਿਹੋ ਜਿਹੇ ਸਨ? ਤੁਸੀਂ ਕੀ ਸੋਚ ਰਹੇ ਸੋ? ਤੁਹਾਡੀ ਸੋਚ ਕੀ ਸੀ? ਹਾਂ, ਉਸ ਤੋਂ ਪਹਿਲਾਂ ਮੈਂ ਤੁਹਾਡਾ ਕੁਐਸਚਨ ਆਨਸਰ ਕਰਾਂ, ਜੋ ਤੁਸੀਂ ਬਹੁਤ ਵਧੀਆ ਗੱਲ ਮੈਂਸ਼ਨ ਕੀਤੀ ਹੈ, ਸਬਰ ਦਾ ਫਲ ਹਮੇਸ਼ਾ ਮਿੱਠਾ ਹੁੰਦਾ। ਦੂਸਰਾ ਮੈਂ ਉਸ ਵਿੱਚ ਐਡ ਕਰਨਾ ਚਾਹੁੰਦਾ ਕਿ ਜਦੋਂ ਕੋਈ ਵੀ ਸੇਵਾ ਕਰਦੇ ਹਾਂ, ਆਪਾਂ ਕਿਸੇ ਪੁਰਸਕਾਰ ਲਈ ਜਾਂ ਕਿਸੇ ਪ੍ਰਾਪਤੀ ਲਈ ਇੱਛਾ ਰੱਖ ਕੇ ਸੇਵਾ ਨਹੀਂ ਕਰਨੀ ਚਾਹੀਦੀ, ਨਾ ਹੀ ਕਦੇ ਕੀਤੀ ਹੈ। ਹੂੰ, ਪਰ ਹਮੇਸ਼ਾ ਸਿੰਸੈਰਿਟੀ ਜੋ ਸਾਡੇ ਕਾਰਜਾਂ 'ਚ ਸਭ ਤੋਂ ਇੰਪੋਰਟੈਂਟ ਹੈ, ਕਿ ਜੋ ਵੀ ਅਸੀਂ ਕੰਮ ਕਰਨਾ ਉਹਨੂੰ ਲਗਨ ਨਾਲ, ਮਿਹਨਤ ਨਾਲ ਕਰੀਏ, ਜੀ, ਔਰ ਉਸ ਦਾ ਫਲ ਹਮੇਸ਼ਾ ਸਤਿਗੁਰੂ ਦਿੰਦੇ ਨੇ, ਜੇ ਆਪਣੀ ਜੋ ਉਸਦੀ ਜੋ ਇੰਟੈਂਸ਼ਨ ਹੈ ਉਹ ਹੂੰ, ਸਹੀ ਹੈ। ਜੀ, ਸੋ ਟੂ ਆਨਸਰ ਯੋਰ ਕੁਐਸਚਨ, ਕਿ ਮੇਰੀਆਂ ਫੀਲਿੰਗ ਕੀ ਸਨ? ਸੋ ਸਭ ਤੋਂ ਜੋ ਵਾਰ-ਵਾਰ ਮੇਰੇ ਮਨ 'ਚ ਗੱਲ ਆ ਰਹੀ ਸੀ ਕਿ ਜਦੋਂ ਉੱਥੇ ਮੂਹਰੇ ਰਿਸੀਵ ਕਰਨ ਲਈ ਅੱਗੇ ਉਹਨਾਂ ਦੇ ਗਾਰਡ ਜਾਂ ਉਹਨਾਂ ਦੀ ਟੀਮ ਸਾਨੂੰ ਮਿਲੀ, ਮੇਰੇ ਨਾਲ ਮੇਰਾ ਪਰਿਵਾਰ, ਮੇਰੇ ਵਾਈਫ, ਮਾਈ ਬੈਟਰ ਹਾਲਫ, ਮੇਰੀ ਡਾਟਰ, ਮੇਰਾ ਬੇਟਾ, ਸਾਰੇ ਸਿੱਖੀ ਸਰੂਪ 'ਚ। ਬੱਚੇ, ਮੈਨੂੰ ਮਾਣ ਹੈ, ਬੇਟਾ ਮੇਰਾ ਅੰਮ੍ਰਿਤਧਾਰੀ ਹੈ, ਬੇਟੀ, ਸਨ ਇਨ ਲਾਅ, ਦੇ ਆਲ ਇਨਟੂ ਸਿੱਖੀ। ਸੋ ਆਈ ਐਮ ਸੋ ਪ੍ਰਾਊਡ ਕਿ ਉਹਨਾਂ ਨੇ ਸਾਨੂੰ ਇੰਨਾ ਸਤਿਕਾਰ ਦਿੱਤਾ ਕਿ ਬਿਲਕੁਲ ਅਸੀਂ ਪੰਜਾਬ, ਜੋ ਸਾਡਾ ਬਾਣਾ ਹੈ, ਬੱਚੇ ਸੂਟਾਂ ਵਿੱਚ ਗਏ, ਮੇਰੀ ਵਾਈਫ, ਮੇਰੀ ਡਾਟਰ, ਜੋ ਨੋਰਮਲ ਸਾਡੇ ਪੰਜਾਬੀ ਸੂਟ ਹਨ, ਔਰ ਉਹਨਾਂ ਨੇ ਬਾਰ-ਬਾਰ ਕਮੈਂਟ ਕੀਤਾ ਕਿ ਯੂ ਲੁੱਕ ਫੈਂਟੈਸਟਿਕ, ਤੁਹਾਡੀ ਜੋ ਅਟਾਇਰ ਹੈ, ਜੋ ਤੁਹਾਡੀ ਪਹਿਰਾਵਾ ਸੀ। ਹਾਂ, ਪਹਿਰਾਵਾ, ਔਰ ਇਹ ਸਾਰਾ ਮਾਣ ਕਿਸੇ ਇੱਕ ਇੰਡੀਵਿਜੂਅਲ ਪਰਿਵਾਰ ਨੂੰ ਨਹੀਂ, ਇਹ ਮਾਣ ਜੋ ਗੁਰੂ ਤੋਂ ਬਖਸ਼ੀ ਸਾਨੂੰ ਆਇਡੈਂਟਿਟੀ ਹੈ, ਉਸ ਨੂੰ ਮਿਲਿਆ। ਸੋ ਇੱਕ ਤਾਂ ਮੈਨੂੰ ਇਹ ਬਹੁਤ ਪ੍ਰਾਊਡ ਮਹਿਸੂਸ ਹੋਇਆ। ਔਰ ਦੂਸਰਾ, ਜਦੋਂ ਮੈਂ ਇਹ ਪੁਰਸਕਾਰ ਲਿਆ, ਤਾਂ ਜਦੋਂ ਕਿੰਗ ਪ੍ਰਿੰਸ, ਉਹਨੂੰ ਆਪਾਂ ਹਜੇ ਵੀ ਨਾਮ ਪ੍ਰਿੰਸ ਚਾਰਲਸ ਕਹਿ ਦਿੰਦੇ ਹਾਂ, ਹੀ ਇਜ਼ ਨਾਟ ਪ੍ਰਿੰਸ ਐਨੀਮੋਰ, ਹੀ ਇਜ਼ ਅ ਕਿੰਗ। ਜੀ, ਤਾਂ ਉਹਨਾਂ ਨੇ ਜਦੋਂ ਇਹ ਮੈਂਸ਼ਨ ਕੀਤਾ ਕਿ ਮੈਨੂੰ ਬਹੁਤ ਇਹ ਖੁਸ਼ੀ ਹੋ ਰਹੀ ਹੈ ਕਿ ਇਨਵਾਇਰਨਮੈਂਟ ਤੇ ਡਾਇਵਰਸਿਟੀ ਦੇ ਫੀਲਡ ਵਿੱਚ ਇੱਕ ਐਥਨਿਕ ਮਿਨੋਰਿਟੀ ਜਾਂ ਸਿੱਖ ਕੈਂਡੀਡੇਟ ਨੇ ਕੰਟਰੀਬਿਊਟ ਕੀਤੀ ਹੈ, ਕਿਉਂਕਿ ਜੋ ਇਹ ਇਨਵਾਇਰਨਮੈਂਟ ਹੈ ਤੇ ਡਾਇਵਰਸਿਟੀ ਹੈ, ਦੋਨੋਂ ਹੀ ਉਹ ਕਹਿੰਦੇ ਵੀ ਇਹ ਫੀਲਡ ਜੋ ਹੈ ਨਾ, ਮੇਰੇ ਦਿਲ ਦੇ ਬਹੁਤ ਕਰੀਬ ਹਨ। ਵੀ ਮੈਨੂੰ ਇਹ ਖੁਸ਼ੀ ਹੈ ਕਿ ਇਨਵਾਇਰਨਮੈਂਟ ਫੀਲਡ ਵਿੱਚ ਆਮ ਤੌਰ ਤੇ ਜੋ ਘੱਟ ਗਿਣਤੀਆਂ ਵਾਲੇ ਬਹੁਤੇ ਨਹੀਂ ਕੰਟਰੀਬਿਊਟ ਕਰਦੇ। ਸੋ ਇਹ ਹੂੰ। ਦੋ ਗੱਲਾਂ ਮੇਰੇ ਲਈ ਕਾਫੀ ਇਹ ਮੈਮੋਰੇਬਲ ਸਨ। ਐਨਵਾਇਰਨਮੈਂਟ ਵਿੱਚ ਕਰਨਾ ਕੀ ਪੈਂਦਾ? ਉਹਦੇ ਬਾਰੇ ਥੋੜ੍ਹਾ ਜਿਹਾ ਦੱਸ ਦਿਓ। ਸ਼ਾਇਦ ਤੁਹਾਨੂੰ ਦੇਖ ਕੇ ਤੁਹਾਡੇ ਪਿੱਛੇ, ਕਿਉਂਕਿ ਜਦੋਂ ਅਸੀਂ ਕੋਈ ਇੱਕ ਕਦਮ ਚੁੱਕਦੇ ਹਾਂ, ਕਰਦੇ ਹਾਂ, ਤਾਂ ਅਸੀਂ ਪਿੱਛੇ ਇੱਕ ਛਾਪ ਛੱਡ ਜਾਂਦੇ ਹਾਂ, ਚੰਗਿਆਈ ਦੀ ਵੀ, ਬੁਰਿਆਈ ਦੀ ਵੀ। ਸੋ ਜਿਹੜੇ ਤੁਸੀਂ ਚੰਗਿਆਈ ਦੀ ਇੱਕ ਛਾਪ ਪਿੱਛੇ ਛੱਡੀ, ਸ਼ਾਇਦ ਤੁਹਾਨੂੰ ਦੇਖ ਕੇ ਜਿਨ੍ਹਾਂ ਨੇ ਅੱਜ ਤੱਕ ਇਸ ਪਾਸੇ ਰੁਖ ਨਹੀਂ ਕੀਤਾ, ਸ਼ਾਇਦ ਤੁਹਾਨੂੰ ਦੇਖ ਕੇ ਇਸ ਪਾਸੇ ਮੋੜ ਲੈਣ, ਉਹ ਵੀ ਕੁਛ ਕਰਨ। ਕਿਉਂਕਿ ਇੱਕ ਜਦੋਂ ਸਿੱਖ ਕਿਤੇ ਖੜਾ ਹੁੰਦਾ ਹੈ, ਇਕੱਲਾ ਸਿੱਖ ਨਹੀਂ ਖੜਾ ਹੁੰਦਾ, ਬਲਕਿ ਉਹ ਪੂਰੀ ਕੌਮ ਨੂੰ ਲੈ ਕੇ ਜਾਂਦਾ ਹੈ। ਜੀ, ਇਫ ਆਈ ਟੇਕ ਅ ਸਟੈਪ ਬੈਕ, ਜੋ ਯੈਸ, ਗੁਰੂ ਨਾਨਕ ਦੇਵ ਜੀ ਦਾ ਮਿਸ਼ਨ ਸੀ, ਇੱਕ ਤਾਂ ਤੁਸੀਂ ਸੇਵਾ ਬਾਰੇ ਮੈਂਸ਼ਨ ਕੀਤਾ, ਜੀ। ਦੂਸਰਾ ਉਹਨਾਂ ਦਾ ਮਿਸ਼ਨ ਸੀ ਇਨਵਾਇਰਨਮੈਂਟ ਬਾਰੇ, ਜੋ ਅਸੀਂ ਅਨਫੋਰਚੂਨੇਟਲੀ ਵੀ ਹੈਵ ਫੋਰਗੋਟਨ ਦੈਟ ਮੈਸੇਜ। ਹੂੰ, ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹਤ। ਪਵਨ ਗੁਰੂ, ਪਾਣੀ ਪਿਤਾ। ਜੀ, ਜੇ ਪਵਨ ਨੂੰ ਗੁਰੂ ਦਾ ਦਰਜਾ ਮਿਲਿਆ, ਪਾਣੀ ਨੂੰ ਪਿਤਾ ਦਾ ਦਰਜਾ ਮਿਲਿਆ, ਅਸੀਂ ਪਵਨ ਵੀ ਪੋਲਿਊਟ ਕਰਤੀ ਆ, ਪਾਣੀ ਵੀ ਪੋਲਿਊਟ ਕਰਤਾ। ਸੋ ਵੀ ਆਰ ਡ੍ਰਿਫਟਿੰਗ ਅਵੇ ਫਰੋਮ ਦ ਬੇਸਿਕ ਗਾਈਡੈਂਸ ਆਫ ਗੁਰੂ ਨਾਨਕ। ਜੇ ਅਸੀਂ ਆਪਣੀ ਵਾਤਾਵਰਨ ਦੀ ਦੇਖਭਾਲ ਨਹੀਂ ਕਰ ਸਕਦੇ, ਤਾਂ ਅਸੀਂ ਅਗਲੀ ਜਨਰੇਸ਼ਨ ਲਈ ਕੀ ਛੱਡ ਕੇ ਜਾ ਰਹੇ ਹਾਂ? ਜੇ ਅਸੀਂ ਏਅਰ ਵੀ ਪੋਲਿਊਟ ਕਰਕੇ ਉਹਨਾਂ ਨੂੰ ਦੇਤੀ, ਪਾਣੀ ਵੀ ਪੋਲਿਊਟ ਕਰਕੇ ਦੇਤਾ, ਸੋ ਇਨਵਾਇਰਨਮੈਂਟ
ਦੀ ਲੁੱਕ ਆਫਟਰ ਜੋ ਕਰਨੀ ਹੈ, ਗੁਰਬਾਣੀ ਤੋਂ ਮੈਸੇਜ ਆਉਂਦਾ। ਸੋ ਜਦੋਂ ਮੈਂ ਜੌਬ ਜੁਆਇਨ ਕੀਤੀ ਤਾਂ ਮੈਨੂੰ ਇੰਟਰਵਿਊ 'ਚ ਕੁਐਸਚਨ ਪੁੱਛਿਆ ਵੀ ਯੂ ਆਰ ਦਾ ਫਰਸਟ ਕੈਂਡੀਡੇਟ ਕਮਿੰਗ ਫਰੋਮ ਐਥਨਿਕ ਮਾਈਨੋਰਿਟੀ ਬੈਕਗਰਾਊਂਡ, ਵੀ ਤੈਨੂੰ ਜੌਬ ਹੁਣ ਆਫਰ ਹੋ ਗਈ, ਹਾਊ ਆਰ ਯੂ ਫੀਲਿੰਗ? ਮੈਂ ਉਹਨਾਂ ਨੂੰ ਕਿਹਾ ਵੀ ਇਟਸ ਅ ਹਿਊਜ ਆਨਰ। ਉਹ ਕਹਿੰਦੇ ਵਾਈ? ਮੈਂ ਕਿਹਾ ਵੀ ਮੈਂ ਫੁੱਲ ਟਾਈਮ ਜੌਬ ਕਰ ਰਹੇ ਹਾਂ, ਅਰਨਿੰਗ ਵੀ ਕਰ ਰਹੇ ਹਾਂ, ਔਰ ਨਾਲ ਗੁਰੂ ਜੀ ਦਾ ਜੋ ਮੈਸੇਜ ਹੈ ਪਵਨ ਗੁਰੂ ਪਾਣੀ ਪਿਤਾ, ਉਹ 'ਚ ਵੀ ਸੇਵਾ ਕਰ ਰਹੇ ਹਾਂ। ਇਸ ਤੋਂ ਬਾਅਦ ਮੈਨੂੰ ਕੀ ਚਾਹੀਦਾ? ਮੈਨੂੰ ਵਿਨ ਵਿਨ ਸਿਚੁਏਸ਼ਨ। ਸੋ ਜੋ ਮੇਰਾ ਰੋਲ ਹੈ ਜੀ, ਉਹ ਹੈ ਵਾਤਾਵਰਨ ਨੂੰ ਬਚਾਉਣਾ। ਅਲੱਗ-ਅਲੱਗ ਕੰਪਨੀਆਂ ਜੋ 에ਅਰ ਪੋਲੂਟ ਕਰ ਰਹੀਆਂ, ਜੋ ਪਾਣੀ ਪੋਲੂਟ ਕਰ ਰਹੀਆਂ, ਉਹਨਾਂ ਨੂੰ ਸਜ਼ਾ ਦਿਵਾਉਣੀ। ਵੀ ਟੇਕ them to court, we take enforcement actions, we raise awareness। ਬਿਜ਼ਨਸ ਇੱਥੋਂ ਦੀ ਕਾਫੀ ਕਮਿਊਨਿਟੀ ਹੈਗੀ ਜਿਹੜੀ ਸ਼ਾਰਟਕਟ ਜਿਸ ਤਰੀਕੇ ਨਾਲ ਇੰਡੀਆ ਚੱਲਦੇ, ਇੱਥੇ ਵੀ ਚੱਲਦੇ ਨੇ ਟੂ ਸੇਵ ਮਨੀ। ਸੋ ਉਹ ਸਾਰੇ ਲੀਗਲ ਫਰੇਮਵਰਕ ਦੇ ਵਿੱਚ ਅਸੀਂ ਰਹਿ ਕੇ ਕੰਮ ਕਰਦੇ ਹਾਂ। ਸੋ ਸੈਂਟਰਲ ਗਵਰਨਮੈਂਟ ਦੇ ਜੋ ਰੈਗੂਲੇਟਰੀ ਸਿਸਟਮ ਹੈ ਉਹਨੂੰ ਅਸੀਂ ਇੰਪਲੀਮੈਂਟ ਕਰਦੇ ਹਾਂ। ਤੇ ਇਸ ਤੋਂ ਬਿਨਾਂ ਵੀ ਰੇਜ਼ ਅਵੇਅਰਨੈਸ, ਅਸੀਂ ਸਾਰੀਆਂ ਕਮਿਊਨਿਟੀ ਜਾ ਕੇ ਇਨਵਾਇਰਮੈਂਟ ਦੀ, ਵਾਤਾਵਰਨ ਦੀ ਅਵੇਅਰਨੈਸ ਰੇਜ਼ ਕਰਦੇ ਹਾਂ ਕਿ ਕਿਸ ਤਰੀਕੇ ਨਾਲ ਅਸੀਂ ਵਾਤਾਵਰਨ ਨੂੰ ਲੌਂਗ ਟਰਮ ਤਰੀਕੇ ਨਾਲ ਪ੍ਰੋਟੈਕਟ ਕਰੀਏ, ਕਿਉਂਕਿ ਇਟਸ ਅਬਾਊਟ ਨਾਟ ਅਸ, ਇਟਸ ਆਲਸੋ ਅਬਾਊਟ ਆਵਰ ਫਿਊਚਰ ਜਨਰੇਸ਼ਨਸ। ਬਿਲਕੁਲ ਜੀ, ਵਾਤਾਵਰਨ ਦਾ ਬਹੁਤ ਜ਼ਿਆਦਾ ਕਿ ਗੁਰੂ ਨਾਨਕ ਸਾਡੇ 500 ਸਾਲ ਪਹਿਲਾਂ ਹੀ ਇਸ ਚੀਜ਼ ਬਾਰੇ ਸਾਨੂੰ ਦੱਸ ਕੇ ਗਏ ਨੇ, ਪਰ ਅਨਫੋਰਚੂਨੇਟਲੀ ਨਾ ਅਸੀਂ ਬਾਬੇ ਨਾਨਕ ਤੋਂ ਜਾਣਿਆ ਤੇ ਨਾ ਹੀ ਉਹਦੀ ਫਿਲਾਸਫੀ ਨੂੰ ਅਸੀਂ ਸਮਝ ਸਕਿਆ ਕਿ ਉਹਦੀ ਫਿਲਾਸਫੀ ਸਾਨੂੰ ਕਹਿੰਦੀ ਕੀ ਹੈ। ਸੋ ਮੈਂ ਇੱਕ ਵਾਰ ਫੇਰ ਤੁਹਾਨੂੰ ਪੰਜਾਬੀ ਵਿਰਾਸਤ ਵੱਲੋਂ ਵਧਾਈ ਦਿੰਦੀ ਹਾਂ, ਤੇ ਖਾਸ ਕਰਕੇ ਆਪਣੇ ਜਦੋਂ ਮੈਨੂੰ ਪਤਾ ਲੱਗਾ ਕਿ ਇੱਕ ਗੁਰਸਿੱਖ ਪੂਰੇ ਸਿੱਖੀ ਸਰੂਪ ਦੇ ਵਿੱਚ ਸ਼ਾਹੀ ਮਹਿਲ ਤੱਕ ਪਹੁੰਚ ਗਏ ਨੇ, ਤੇ ਕਿੰਗਸ ਥਰਡ ਜਿਹੜੇ ਸਾਡੇ ਰਾਜਾ ਸਾਹਿਬਾਨ ਨੇ ਇੰਗਲੈਂਡ ਦੇ, ਬ੍ਰਿਟਨ ਦੇ, ਉਹਨਾਂ ਵੱਲੋਂ ਇੱਕ ਸਿੰਘ ਨੂੰ ਪੁਰਸਕਾਰ ਦਿੱਤਾ ਜਾ ਰਿਹਾ। ਇਹ ਬਹੁਤ ਹੀ ਆਪਣੇ ਆਪ ਵਿੱਚ ਇੱਕ ਬੜੀ ਵੱਡੀ ਖਬਰ ਹੈ। ਸਿਰਫ ਪੁਰਸਕਾਰ ਆਪ ਨੂੰ ਨਹੀਂ, ਇੰਝ ਲੱਗਦਾ ਸੀ ਕਿ ਜਿਵੇਂ ਸਾਨੂੰ ਵੀ, ਅਸੀਂ ਪੁਰਸਕਾਰ ਦਾ ਹਿੱਸਾ ਬਣੇ ਆ, ਤੇ ਇਹ ਵੀ ਮੇਰੇ ਸਾਡੇ ਸਾਰਿਆਂ ਵਾਸਤੇ ਇੱਕ ਬਹੁਤ ਹੀ ਵੱਡੀ ਉਪਲਬਧੀ ਹੈ ਕਿ ਜਦੋਂ ਆਪਾਂ ਦੇਸਾਂ ਪ੍ਰਦੇਸਾਂ ਵਿੱਚ ਆ ਕੇ ਲੰਮੇ ਸਿਰ ਤੋਂ ਕੁਝ ਕਰਦੇ ਆ, ਤੇ ਇਹ ਸੇਵਾਵਾਂ ਜਾ ਕੇ ਐਂਡ ਵਿੱਚ ਸਾਡੀਆਂ ਉੱਚੇ ਲੈਵਲ ਤੱਕ ਸਵੀਕਾਰੀਆਂ ਜਾਂਦੀਆਂ ਹਨ। ਦੇਖ ਲਓ, ਤੁਸੀਂ ਸਾਰੇ ਜਣੇ ਵੀ ਜਿੱਥੇ ਜਿੱਥੇ ਆਪਾਂ ਰਹਿੰਦੇ ਹਾਂ, ਅਮਰੀਕਾ, ਕੈਨੇਡਾ, ਇੰਡੀਆ, ਜਿੱਥੇ ਵੀ ਆਪਾਂ ਰਹਿੰਦੇ ਹਾਂ, ਜਦੋਂ ਅਸੀਂ ਸਰਬੱਤ ਦੇ ਭਲੇ ਦੇ ਲਈ ਕੁਛ ਕਾਰਜ ਆਰੰਭਦੇ ਆ, ਕਰਦੇ ਹਾਂ, ਵਿਚਰਦੇ ਹਾਂ ਕਮਿਊਨਿਟੀ ਦੇ ਵਿੱਚ, ਭਾਈ ਸਾਹਿਬ ਦੀਆਂ ਗੱਲਾਂ ਤੋਂ ਇੰਝ ਲੱਗਾ ਕਿ ਜਿਨ੍ਹਾਂ ਇਹਨਾਂ ਦੇ ਅੰਦਰ ਪੇਸ਼ੈਂਟ ਸੀ, ਸਬਰ ਸੀ, ਉਨੀ ਨਿਮਰਤਾ ਵੀ ਹੈਗੀ ਹੈ। ਸੋ ਜਿਹੜੀ ਮਿੱਠੀ ਬੋਲੀ ਹੁੰਦੀ ਹੈ, ਉਹ ਸਾਡੀ ਮਿੱਠੀ ਬੋਲੀ ਸਾਨੂੰ ਕਿੱਥੇ ਦੀ ਕਿੱਥੇ ਪਹੁੰਚਾ ਦਿੰਦੀ ਹੈ। ਸੋ ਆਪਾਂ ਜੀ ਉਹਨਾਂ ਗੱਲਾਂ ਵੱਲ ਧਿਆਨ ਦੇ ਕੇ ਆਪਣੀ ਭਾਸ਼ਾ ਨੂੰ ਵੀ ਸੁੰਦਰ ਬਣਾਈ। ਪੰਜਾਬੀ ਹੈਗੀ ਮਿੱਠੀ ਹੈ ਸਾਡੀ, ਤੇ ਫਿਰ ਉਹ ਜਿਹੜੇ ਬੋਲ ਅੱਖਰ ਨੇ, ਜਿਹੜੇ ਅੱਖਰ ਪਰੋ ਕੇ ਆਪਾਂ ਕਿਸੇ ਨਾਲ ਗੱਲ ਕਰਦੇ ਹਾਂ, ਕਈ ਵਾਰੀ ਗੱਲਾਂ ਦੇ ਨਾਲ ਵੀ ਆਪਾਂ ਕਿਸੇ ਨੂੰ ਮੋਹ ਲੈਂਦੇ ਹਾਂ। ਮੈਨੂੰ ਇੰਝ ਲੱਗਦਾ ਕਿ ਜਿਵੇਂ ਸਾਡੇ ਚਰਨ ਕਮਲ ਸਿੰਘ ਜੀ ਨੇ, ਉਹ ਗੱਲਾਂ ਦੇ, ਬੋਲਾਂ ਦੇ ਵੀ, ਬੋਲੀ ਦੇ ਵੀ ਬਹੁਤ ਜ਼ਿਆਦਾ ਪ੍ਰਸ਼ੰਸਕ ਨੇ, ਤੇ ਜਿਹੜੀਆਂ ਸੇਵਾਵਾਂ ਉੱਥੇ ਵਿਚਰ ਕੇ ਕੀਤੀਆਂ ਨੇ, ਅੱਜ ਇਹਨਾਂ ਨੂੰ ਮਾਣ ਮਿਲਿਆ। ਤੁਸੀਂ ਸਾਡੇ ਯੂਥ ਨੂੰ ਜਿਹੜੀ ਕੈਟੇਗਰੀ, ਜਿਵੇਂ ਤੁਸੀਂ ਕਹਿ ਰਹੇ ਸੀ ਸੈਂਟਰਲ ਗਵਰਨਮੈਂਟ ਦੇ ਜੋਬਾਂ ਤੇ ਨਹੀਂ ਆ ਰਹੇ ਨੇ, ਜਾਂ ਉਹਨਾਂ ਨੂੰ ਤੁਸੀਂ ਕੁਛ ਮੈਸੇਜ ਦੇਣਾ ਚਾਹੋਗੇ ਆਪਣੇ ਵੱਲੋਂ? ਉਹਨਾਂ ਨੂੰ ਕੋਈ ਸੁਨੇਹਾ ਕਿ ਉਹ ਵੀ ਇਸ ਪਾਸੇ ਆਉਣ, ਉਹਨੂੰ ਜਾਂ ਆਉਣ, ਜੇਕਰ ਆਉਣਾ ਵੀ ਚਾਹੁੰਦੇ ਹੋਣ, ਕੋਈ ਕਿਹੜੇ ਕਿਹੜੇ ਰਸਤੇ ਹੈਗੇ ਨੇ ਕਿ ਉਹ ਉੱਥੇ ਅਪਲਾਈ ਕਰਕੇ ਉੱਥੇ ਤੱਕ ਪਹੁੰਚ ਸਕਣ? ਜੀ ਬਿਲਕੁਲ, ਇਹ ਬਹੁਤ ਹੀ ਰੈਲੇਵੈਂਟ ਕੁਐਸਚਨ ਤੁਸੀਂ ਪੁੱਛਿਆ। ਯੂਕੇ ਦੇ ਵਿੱਚ ਜੋ ਸਾਡਾ ਅਦਾਰਾ ਹੈ ਜੀ, ਉਹਦਾ ਨਾਮ ਹੈ ਇਨਵਾਇਰਮੈਂਟ ਏਜੰਸੀ। ਜੀ। ਇਨਵਾਇਰਮੈਂਟ ਏਜੰਸੀ ਸਾਡੀ ਯੂਕੇ ਗਵਰਨਮੈਂਟ ਦਾ ਅਦਾਰਾ ਹੈ, ਉਸਦੀ ਵੈਬਸਾਈਟ ਹੈ। ਉਸ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀਆਂ ਜੌਬਸ ਅਵੇਲੇਬਲ ਹਨ। ਤਕਰੀਬਨ 11,000 ਸਟਾਫ ਮੈਂਬਰ ਸਾਡੇ ਥਰੂ ਆਊਟ ਇੰਗਲੈਂਡ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਕੰਮ ਕਰ ਰਿਹਾ ਹੈ। ਸੋ ਜੀ। ਹਮੇਸ਼ਾ ਵੱਡੀ ਗਿਣਤੀ ਵਿੱਚ ਜੌਬਸ ਐਡਵਰਟਾਈਜ਼ਮੈਂਟ ਹੁੰਦੀ ਹੈ, ਪਰ ਅਨਫੋਰਚੂਨੇਟਲੀ ਆਪਣੀ ਜੋ ਯੂਥ ਹੈ ਉਹਨਾਂ ਨੂੰ ਸ਼ਾਇਦ ਇਸ ਫੀਲਡ ਬਾਰੇ ਬਹੁਤਾ ਜ਼ਿਆਦਾ ਨਹੀਂ ਪਤਾ ਹੋਣ ਕਰਕੇ ਉਹ ਨਹੀਂ ਅਪਲਾਈ ਕਰਦੇ। ਔਰ ਦੂਸਰੀ ਮੈਂ ਇਹ ਗੱਲ ਮੈਂਸ਼ਨ ਕਰਨੀ ਚਾਹੁੰਦਾ ਕਿ ਇਨਵਾਇਰਮੈਂਟ ਏਜੰਸੀਜ਼ ਕੇਵਲ ਇਨਵਾਇਰਮੈਂਟ ਦੀ ਜੌਬਸ ਨਹੀਂ, ਸਾਡੇ ਪਾਸ IT ਜੌਬਸ ਹਨ, ਅਕਾਊਂਟੈਂਸੀ ਜੌਬਸ ਹੈ, ਐਡਮਿਨਿਸਟ੍ਰੇਸ਼ਨ ਹਨ, ਪ੍ਰੋਜੈਕਟ ਮੈਨੇਜਰਸ ਹਨ, ਸਿਵਲ ਇੰਜੀਨੀਅਰਿੰਗਸ, ਬਹੁਤ ਵੱਡਾ ਇਹ ਡਿਪਾਰਟਮੈਂਟ ਹੈ। ਇਸ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਜੌਬਸ ਅਵੇਲੇਬਲ ਹਨ। ਸੋ ਪਲੀਜ਼ check out the website www.environment-agency.gov.uk। ਤੇ ਉਸ ਤੋਂ ਬਿਨਾਂ ਤੁਸੀਂ ਸੇਵਾ ਟਰਸਟ ਦੇ ਥਰੂ, ਜੋ ਮੈਂ ਆਰਗੇਨਾਈਜੇਸ਼ਨ ਅਸੀਂ ਰਨ ਕਰ ਰਹੇ ਹਾਂ, ਉਸ ਦੇ ਥਰੂ ਵੀ ਸੰਪਰਕ ਕਰ ਸਕਦੇ ਹੋ। ਸੋ ਸੇਵਾ ਟਰਸਟ ਦਾ ਜੇ ਤੁਹਾਡੀ ਪਰਮਿਸ਼ਨ ਹੋਵੇ ਤਾਂ ਮੈਂ ਉਸਦਾ ਵੈਬਸਾਈਟ ਐਡਰੈਸ ਦੇ ਸਕਦਾ ਹਾਂ। ਜੀ ਬਿਲਕੁਲ ਜੀ, ਦੇ ਦਿਓ ਜੀ, www.sevatrustuk, all one word,
www.seva with SEV for Victor sevatrustuk.org ਇਹਦੇ ਵਿੱਚ ਕੰਟੈਕਟ ਡਿਟੇਲ ਮੌਜੂਦ ਹਨ ਔਰ ਸਾਡੀ ਇੱਕ ਟੀਮ ਹੈ ਅਸੀਂ ਬੱਚਿਆਂ ਦੀ ਹੈਲਪ ਕਰਦੇ ਹਾਂ ਟੂ ਹੈਲਪ them to find jobs as well so ਕੋਈ ਵੀ ਬੱਚਾ ਜੋ ਇਹ ਗਾਈਡੈਂਸ ਲੈਣੀ ਚਾਹੁੰਦਾ ਸਾਨੂੰ send us a simple email and we'll follow it up ਸੋ ਕੀ ਇਹਦੇ ਵਾਸਤੇ ਡਿਗਰੀਆਂ ਵੀ ਜੀ ਜ਼ਰੂਰੀ ਨੇ ਜਾਂ ਹਾਂਜੀ ਜੋ ਮੇਨ ਜੌਬਸ ਹਨ ਟੈਕਨੀਕਲ ਜੌਬਸ ਉਹਦੇ ਚ ਬੇਸਿਕ ਡਿਗਰੀ ਕੈਨ ਬੀ ਆਫ ਐਨੀ ਸਬਜੈਕਟ ਜੀ ਸੋ ਜੋ ਸਪੈਸ਼ਲਿਜ਼ਮ ਹੈ ਜੀ ਉਹਦੇ ਵਿੱਚ ਪਾਰਟਿਕੂਲਰ ਡਿਗਰੀ ਲਿਖਿਆ ਹੋਵੇ ਸਿਵਲ ਇੰਜੀਨੀਅਰਿੰਗ ਹੋਣੀ ਚਾਹੀਦੀ ਹੈ ਤੁਸੀਂ ਜਾਂ এনवायरमेंट ਦੀ ਡਿਗਰੀ ਹੋਣੀ ਚਾਹੀਦੀ ਹੈ ਜੋ ਜਨਰਲ ਜੌਬਸ ਹਨ ਜਿਸ ਵਿੱਚ ਪ੍ਰੋਜੈਕਟ ਮੈਨੇਜਮੈਂਟ ਹੋ ਗਿਆ ਉਸ ਤੋਂ ਬਿਨਾ ਅਵੇਅਰਨੈਸ ਕੈਂਪੇਨ ਕੋਆਰਡੀਨੇਟਰਸ ਹੋ ਗਏ ਉਸ ਦੇ ਵਿੱਚ ਯੂ ਨੀਡ ਅ ਬੇਸਿਕ ਡਿਗਰੀ ਪਰ ਕਈ ਐਸੀਆਂ ਜੌਬਸ ਹਨ ਜਿਸ ਵਿੱਚ ਅਸੀਂ ਜੋ ਜਿਨ੍ਹਾਂ ਨੇ ਗ੍ਰੈਜੂਏਸ਼ਨ ਸ਼ੁਰੂ ਕਰਨੀ ਹੈ ਉਹਨਾਂ ਨੂੰ ਅਸੀਂ ਜਦੋਂ ਸਕੂਲਿੰਗ ਖਤਮ ਹੁੰਦੀ ਹੈ ਸਕੂਲਿੰਗ ਖਤਮ ਹੋਣ ਤੋਂ ਬਾਅਦ ਉਹ ਅਪਲਾਈ ਕਰ ਸਕਦੇ ਹਨ ਔਰ ਉਹਨਾਂ ਦੀ ਜੋ ਗ੍ਰੈਜੂਏਸ਼ਨ ਹੈ ਉਸ ਕੈਟਾਗਰੀ ਜੋ ਫਾਲ ਕਰਦੇ ਹਨ ਸਪੈਸ਼ਲੀ ਸਿਵਲ ਇੰਜੀਨੀਅਰਿੰਗ ਕੈਟਾਗਰੀ ਜਿੱਥੇ ਕਾਫੀ ਵੱਡਾ ਅਸੀਂ ਫਲੱਡ ਡਿਫੈਂਸਿਸ ਮੇਨਟੇਨ ਕਰਦੇ ਹਾਂ ਯੂਕੇ ਦੇ ਜਿਤਨੇ ਵੀ ਫਲੱਡ ਡਿਫੈਂਸ ਸਿਸਟਮ ਹਨ ਉਹ ਮੇਨਟੇਨ ਕਰਦੇ ਹਾਂ ਸੋ ਉੱਥੇ ਇੱਕ ਗ੍ਰੈਜੂਏਟ ਸਕੀਮ ਹੈਗੀ ਸਾਡੀ ਜਿੱਥੇ ਉਹ ਬੱਚਿਆਂ ਨੂੰ ਅਸੀਂ ਡਿਗਰੀ ਵੀ ਕਰਵਾਵਾਂਗੇ ਉਸ ਯੂਨੀਵਰਸਿਟੀ ਦੀ ਫੀਸ ਪੇ ਕਰਾਂਗੇ ਨਾਲ ਦੀ ਨਾਲ ਉਹ ਅਰਨਿੰਗ ਵੀ ਕਰ ਸਕਦੇ ਹਨ ਔਰ ਇਸ ਕੈਟਾਗਰੀ ਵਿੱਚ ਬਹੁਤ ਘੱਟ ਬੱਚੇ ਫਰੋਮ ਨੌਨ ਵਾਈਟ ਬੈਕਗ੍ਰਾਉਂਡ ਆਉਂਦੇ ਨੇ ਸੋ ਇਹ ਵੀ ਮੈਂ ਆਪ ਤੇ ਚੈਨਲ ਦੇ ਜ਼ਰੀਏ ਅਪੀਲ ਕਰਨੀ ਚਾਹੁੰਦਾ ਸਮੂਹ ਸਰੋਤਿਆਂ ਨੂੰ ਸਮੂਹ ਦਰਸ਼ਕਾਂ ਨੂੰ ਕਿ ਜਿਨ੍ਹਾਂ ਪਰਿਵਾਰਾਂ ਵਿੱਚ ਬੱਚੇ ਆਪਣਾ ਕੈਰੀਅਰ ਬਣਾਉਣ ਬਾਰੇ ਸੋਚਦੇ ਹਨ ਤਾਂ ਪਲੀਜ਼ ਆਲਸੋ ਥਿੰਕ ਅਬਾਊਟ ਦੀ ਗ੍ਰੈਜੂਏਟ ਰੂਟ ਐਜ਼ ਵੈਲ ਸਪੈਸ਼ਲੀ ਫॉर ਇੰਜੀਨੀਅਰਿੰਗ ਸੋ ਬਿਲਕੁਲ ਜੀ ਭਾਈ ਸਾਹਿਬ ਨੇ ਸਰਦਾਰ ਚਰਨ ਕਵਲ ਸਿੰਘ ਜੀ ਨੇ ਕਾਫੀ ਕੁਝ ਸਾਨੂੰ ਦੱਸ ਦਿੱਤਾ ਹੈਗਾ ਜੇਕਰ ਅਸੀਂ ਅੱਗੇ ਕੁਝ ਕਰਨਾ ਚਾਹੁੰਦੇ ਹਾਂ ਸੋ ਆਪਾਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹਾਂ ਜਿਹੜੀਆਂ ਵੈਬਸਾਈਟ ਦੇ ਬਾਰੇ ਦੱਸ ਰਹੇ ਸੀ ਆਪਾਂ ਉੱਥੇ ਵੀ ਜਾ ਕੇ ਦੇਖ ਸਕਦੇ ਹਾਂ ਜਦੋਂ ਤੁਸੀਂ ਇਹਨਾਂ ਨੂੰ ਈਮੇਲ ਪਾਓਗੇ ਤਾਂ ਤੁਹਾਡੇ ਨਾਲ ਜ਼ਰੂਰ ਕੰਟੈਕਟ ਵਿੱਚ ਆਣਗੇ ਸੋ ਤੁਸੀਂ ਆਪਣਾ ਭਵਿੱਖ ਜ਼ਰੂਰ ਬਣਾਓ ਕਿਉਂਕਿ ਜੇ ਆਪਾਂ ਆਪਣੇ ਦੇਸ਼ਾਂ ਵਿੱਚ ਕੁਝ ਨਹੀਂ ਕਰ ਸਕੇ ਪਰ ਦੇਸ਼ਾਂ ਵਿੱਚ ਜੇ ਸਾਨੂੰ ਇੱਥੇ ਮੌਕਾ ਮਿਲ ਰਿਹਾ ਸਾਡੇ ਕੋਲ ਮੌਕੇ ਹਨ ਸਾਡੇ ਕੋਲ ਆਪ ਘਰ ਤੁਰ ਕੇ ਸਾਡੇ ਕੋਲ ਮੌਕੇ ਆ ਰਹੇ ਨੇ ਸੋ ਆਪਾਂ ਇਹਨਾਂ ਮੌਕਿਆਂ ਦਾ ਜ਼ਰੂਰ ਲਾਭ ਉਠਾਈਏ ਤੇ ਆਪਾਂ ਵੀ ਕਿਤੇ ਉੱਚੀਆਂ ਕੁਰਸੀਆਂ ਤੇ ਬੈਠ ਕੇ ਨਾਲੇ ਸੇਵਾ ਕਰੀਏ ਤੇ ਨਾਲੇ ਕੀ ਕਹਿੰਦੇ ਨੇ ਪੰਜਾਬੀ ਦੀ ਕਹਾਵਤ ਹੈ ਨਾਲੇ ਫਲ ਤੇ ਨਾਲੇ ਫਲੀਆਂ ਨਾਲ ਮਾਪਿਓ ਦਾ ਨਾਮ ਉੱਚਾ ਹੁੰਦਾ ਨਾਲ ਕੌਮ ਦਾ ਨਾਮ ਉੱਚਾ ਹੁੰਦਾ ਜ਼ਰੂਰ ਧਿਆਨ ਦਿਓ ਕਿਉਂਕਿ ਇਹਨਾਂ ਉਪਲਬਧੀਆਂ ਤੱਕ ਜੇ ਭਾਈ ਸਾਹਿਬ ਪਹੁੰਚ ਸਕੇ ਨੇ ਸਰਦਾਰ ਚਰਨ ਸਿੰਘ ਕਵਲ ਪਹੁੰਚ ਸਕਦੇ ਨੇ ਫਿਰ ਤੁਸੀਂ ਤੇ ਅਸੀਂ ਤਾਂ ਜ਼ਰੂਰ ਪਹੁੰਚ ਸਕਦੇ ਹਾਂ ਜ਼ਰੂਰ ਸੋਚੋ ਅੱਛਾ ਮੈਸੇਜ ਦੇ ਕੇ ਗਏ ਨੇ ਸੋ ਮੈਂ ਇੱਕ ਵਾਰ ਫਿਰ ਸਰਦਾਰ ਚਰਨ ਕਮਲ ਸਿੰਘ ਜੀ ਸਿੱਖ ਉਹਨਾਂ ਦਾ ਧੰਨਵਾਦ ਕਰਦੀ ਹਾਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਨੂੰ ਦਿੱਤਾ ਹੈ ਤੇ ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਨੂੰ ਤੇ ਤੁਹਾਡੇ ਸਾਰੇ ਪਰਿਵਾਰ ਨੂੰ ਇਸ ਪੁਰਸਕਾਰ ਹਾਸਲ ਕਰਨ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਸੋ ਆਪਾਂ ਹੁਣ ਇੱਥੇ ਹੀ ਪ੍ਰੋਗਰਾਮ ਵੱਲ ਸਮਾਪਤੀ ਵੱਲ ਚੱਲਦੇ ਹਾਂ ਜੀ ਥੈਂਕ ਯੂ ਸੋ ਮਚ ਆਪ ਜੀ ਦੇ ਸਮੁੱਚੇ ਸਰੋਤਿਆਂ ਨਾਲ ਦਰਸ਼ਕਾਂ ਨਾਲ ਰੂਬਰੂ ਕਰਨ ਦਾ ਮੈਨੂੰ ਮੌਕਾ ਮਿਲਿਆ ਕੁਝ ਮੈਂ ਵਿਚਾਰ ਸਾਂਝੇ ਕਰਨ ਦਾ ਔਰ ਇਨ ਫਿਊਚਰ ਵੀ ਮੈਂ ਕਿਸੇ ਵੀ ਪ੍ਰਕਾਰ ਦੀ ਕੋਈ ਹੈਲਪ ਕਰ ਸਕਦਾ ਹੋਵਾਂ ਆਲਵੇਸ ਮੈਂ ਆਈ ਐਮ ਹੇਅਰ ਔਰ ਮੈਂ ਇੱਕ ਗੱਲ ਲਾਸਟ ਵਿੱਚ ਕਹਿਣੀ ਚਾਹੁੰਦਾ ਕਿ ਜਦੋਂ ਵੀ ਕੋਈ ਇਹ ਪੁਰਸਕਾਰ ਜਾਂ ਰੈਕੋਗਨੀਸ਼ਨ ਮਿਲਦੀ ਹੈ ਇਟਸ ਨੋਟ ਐਂਡ ਆਫ ਦਾ ਸਟੋਰੀ ਇਟਸ ਜਸਟ ਦ ਬਿਗਨਿੰਗ ਇਸ ਨਾਲ ਮੇਰੀ ਜ਼ਿੰਮੇਵਾਰੀ ਹੈ ਜੋ ਅੱਗੇ ਨਾਲੋਂ ਦੁੱਗਣੀ ਤਿੱਗਣੀ ਚੌਗਣੀ ਵੱਧ ਗਈ ਹੈ I fully understand that and I'll try my best to improve myself and work further ਮੇਬੀ ਹੋਰ ਮਿਹਨਤ ਕਰਕੇ ਕਿ ਮੈਂ ਜੋ ਕਾਰਜ ਕਰ ਰਿਹਾ ਹਾਂ ਇਸ ਨੂੰ ਮੈਂ ਕੰਟੀਨਿਊ ਕਰੂੰਗਾ ਕਿਉਂਕਿ ਸਿੰਸੈਰਿਟੀ ਨਾਲ ਜੋ ਕੰਮ ਕੀਤਾ ਜਿਵੇਂ ਤੁਸੀਂ ਪਹਿਲਾਂ ਮੈਂਸ਼ਨ ਕੀਤਾ ਹਮੇਸ਼ਾ ਉਹ ਗੁਰੂ ਦੇ ਦਰ ਪ੍ਰਵਾਨ ਹੁੰਦਾ ਹੈ ਸੋ I'll try my best ਸੋ ਬਿਲਕੁਲ ਜੀ ਜਦੋਂ ਵੀ ਕੋਈ ਵੀ ਕੰਮ ਅਸੀਂ ਇਮਾਨਦਾਰੀ ਨਾਲ ਕਰਦੇ ਹਾਂ ਤਾਂ ਉਹ ਸਾਨੂੰ ਹਮੇਸ਼ਾ ਹੀ ਸੁੱਖ ਤੇ ਚੈਨ ਦੇ ਕੇ ਜਾਂਦਾ ਹੈ ਇਹ ਨਾ ਸੋਚੇ ਕਿ ਕੋਈ ਇਨਾਮ ਮੈਂ ਅੱਜ ਜਿੱਤ ਕੇ ਆ ਗਿਆ ਤਾਂ ਮੈਨੂੰ ਖੁਸ਼ੀ ਹੈ ਇਨਾਮ ਦੀ ਸ਼ੁਰੂਆਤ ਮੰਜ਼ਿਲ ਦੀ ਸਟਾਰਟਿੰਗ ਉਤੋਂ ਹੀ ਸ਼ੁਰੂ ਹੁੰਦੀ ਹੈ ਕਿਉਂਕਿ ਮੋਢਿਆਂ ਤੇ ਪਹਿਲੇ ਇੱਕ ਜ਼ਿੰਮੇਵਾਰੀ ਸੀ ਉਹ ਤਾਂ ਚਲੋ ਹੋਈ ਹੈ ਪਰ ਹੁਣ ਮੋਢਿਆਂ ਤੇ ਹੋਰ ਜ਼ਿੰਮੇਵਾਰੀਆਂ ਵੱਧ ਗਈਆਂ ਨੇ ਉਹਨਾਂ ਜ਼ਿੰਮੇਵਾਰੀਆਂ ਨੂੰ ਸੰਭਾਲਣਾ ਸਾਡਾ ਫਰਜ਼ ਬਣਦਾ ਉਹਨਾਂ ਤੇ ਤੁਰਨਾ ਸਾਡਾ ਫਰਜ਼ ਬਣਦਾ ਉਹ ਵੀ ਆਪਣੀ ਸੱਚੀ ਸੁੱਚੀ ਇਮਾਨਦਾਰੀ ਤੇ ਗੁਰੂ ਵੱਲ ਮੁਖ ਕਰਕੇ ਜਿੰਨੇ ਵੀ ਗੁਰਸਿੱਖਾਂ ਗੁਰੂ ਵੱਲ ਮੁਖ ਕਰਕੇ ਗਏ ਨੇ ਤੇ ਗੁਰੂ ਪਾਤਸ਼ਾਹ ਨੇ ਉਹਨਾਂ ਨੂੰ ਇਸ ਜੱਗ ਵਿੱਚ ਕੀ ਉਸ ਜੱਗ ਵਿੱਚ ਉਹ ਸੁਰਖਰੂ ਹੀ ਰਹਿੰਦੇ ਨੇ ਇੱਕ ਵਾਰ ਫਿਰ ਧੰਨਵਾਦ ਚਰਨ ਸਿੰਘ ਕਮਲ ਜੀ ਉਹਨਾਂ ਦਾ ਜਿਨ੍ਹਾਂ ਨੇ ਬੜੀ ਹੱਦ ਆਪਣਾ ਕੀਮਤੀ ਸਮਾਂ ਦਿੱਤਾ ਹੈ ਸੋ ਤੇ ਵਧਾਈ ਦੇ ਪਾਤਰ ਨੇ ਆਪਾਂ ਬਹੁਤ ਬਹੁਤ ਇਹਨਾਂ ਨੂੰ ਜੀ ਆਇਆਂ ਆਖਦੇ ਹਾਂ ਆਓ ਜੀ ਹੁਣ ਫਤਿਹ ਬੁਲਾਈਏ ਅਸੀਂ ਤੇ ਅਗਲੀ ਵਾਰੀ ਇੱਕ ਹੋਰ ਨਵੇਂ ਮਹਿਮਾਨ ਦੇ ਨਾਲ ਮਿਲਾਂਗੇ ਤੁਸੀਂ ਇੰਤਜ਼ਾਰ ਕਰਨਾ ਦੇਖਦੇ ਰਹਿਣਾ ਸਾਡੇ ਨਾਲ ਪੰਜਾਬੀ ਵਿਰਾਸਤ USA ਚੈਨਲ ਚਰਨਜੀਤ ਕੌਰ ਦੇ ਨਾਲ ਆਓ ਜੀ ਫਤਿਹ ਬੁਲਾਈਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।